ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਗਰਮਾਹਟ ਭਰੀ ਹੈ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਵਿਜੀਲੈਂਸ ਪੇਸ਼ੀ ਤੋਂ ਬਾਅਦ, ਕਿਉਂਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਕਿਹੜੇ-ਕਿਹੜੇ ਖੁਲਾਸੇ ਮਨਪ੍ਰੀਤ ਬਾਦਲ ਦੇ ਵੱਲੋਂ ਕੀਤੇ ਗਏ ਨੇ, ਕਿਹਨਾਂ ਨੂੰ ਟਾਰਗੇਟ ਕੀਤਾ ਗਿਆ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਜਪਾਲ ਸਾਹਿਬ ਦੀ ਇੱਕ ਨਵੀਂ ਚਿੱਠੀ ਦੀ, ਜਿਸ ਚਿੱਠੀ ਤੋਂ ਬਾਅਦ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਤੋਂ ਹੱਥਾਂ ਪੈਰਾਂ ਦੀ ਪੈਂਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਸਿੱਧੀ ਧਮਕੀ ਰਾਜਪਾਲ ਸਾਹਿਬ ਵੱਲੋਂ ਸੀਐਮ ਭਗਵੰਤ ਮਾਨ ਨੂੰ ਦਿੱਤੀ ਗਈ ਹੈ। ਕਿਹੜੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਗਈ ਹੈ ਤੇ ਕਿਸ ਸੰਦਰਭ ਦੇ ਵਿੱਚ ਧਮਕੀ ਦਿੱਤੀ ਗਈ ਹੈ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਗੱਲਬਾਤ ਕਰਾਂਗੇ ਮੰਤਰੀ ਦੇ ਘਰ ਦੇ ਉੱਪਰ ਹੋਏ ਹਮਲੇ ਦੀ। ਆਖਰ ਕਿਸ ਮੰਤਰੀ ਦੇ ਘਰ ਦੇ ਉੱਪਰ ਹਮਲਾ ਹੋਇਆ, ਕਿੰਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਹਮਲਾ ਕੀਤਾ ਕਿਉਂ ਗਿਆ, ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲ ਕਰਾਂਗੇ। ਤੇ ਨਾਲ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਈ ਨਵੀਆਂ ਮੁਸੀਬਤਾਂ ਖੜੀਆਂ ਹੋਈਆਂ ਨੇ। ਇਹ ਨਵੀਆਂ ਮੁਸੀਬਤਾਂ ਕਿੰਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ ਤੇ ਕਿੰਨੀਆਂ ਜ਼ਿਆਦਾ ਇਹ ਮੁਸੀਬਤਾਂ ਦੇ ਵਿੱਚ ਹੁਣ ਪ੍ਰਧਾਨ ਸਾਹਿਬ ਘਿਰਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਮੁਸ਼ਕਿਲਾਂ ਮੁਸੀਬਤਾਂ ਦਾ ਹੱਲ ਕੀ ਸ਼੍ਰੋਮਣੀ ਅਕਾਲੀ ਦਲ ਲੱਭ ਪਾਏਗਾ ਜਾਂ ਫਿਰ ਨਹੀਂ, ਗੱਲਬਾਤ ਇਸ ਦੇ ਉੱਪਰ ਵੀ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਪਹਿਲਾਂ ਸਵਾਗਤ ਕਰ ਲਈਏ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਗਰਮਾਹਟ ਕੁਝ ਜ਼ਿਆਦਾ ਹੀ ਹੈ। ਮੌਸਮ ਭਾਵੇਂ ਬਰਸਾਤਾਂ ਦਾ ਚੱਲ ਰਿਹਾ, ਲੇਕਿਨ ਗਰਮੀ ਬਹੁਤ ਜ਼ਿਆਦਾ ਪੰਜਾਬ ਦੀ ਸਿਆਸਤ ਦੇ ਵਿੱਚ ਹੈ। ਜਿੱਥੇ ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ, ਲਗਾਤਾਰ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਦੀ ਹੋਈ ਹਾਈ ਕਮਾਨ ਨੂੰ ਮਿਲਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਕੱਲ ਵਿਜੀਲੈਂਸ ਦੀ ਪੇਸ਼ੀ ਤੋਂ ਬਾਅਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਵੱਲੋਂ ਪੰਜਾਬ ਦੀ ਸਿਆਸਤ ਨੂੰ ਹੋਰ ਵੀ ਗਰਮਾ ਦਿੱਤਾ ਗਿਆ। ਕੱਲ ਉਹਨਾਂ ਵੱਲੋਂ ਪੇਸ਼ੀ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਕੁਝ ਉਲਾਂਭੇ ਸੀਐਮ ਮਾਨ ਦੇ ਲਈ ਨੇ, ਉੱਥੇ ਹੀ ਆਪਣੇ ਵਿਰੋਧੀ ਮੰਨੇ ਜਾਂਦੇ ਮਾਫ ਕਰਨਾ ਵੜਿੰਗ ਸਾਹਿਬ, ਉਹਨਾਂ ਦੇ ਵਿਰੋਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਸਾਹਿਬ ਨੂੰ ਕਾੜੇ ਹੱਥੀ ਲੈਂਦੇ ਹੋਏ ਵੱਡੇ ਨਿਸ਼ਾਨੇ ਸਾਧੇ ਗਏ ਨੇ। ਜਿਸ ਤੋਂ ਬਾਅਦ ਹੁਣ ਭਾਵੇਂ ਜਵਾਬ ਸੀਐਮ ਸਾਹਿਬ ਵੱਲੋਂ ਤੋਂ ਨਹੀਂ ਆਇਆ, ਲੇਕਿਨ ਵੜਿੰਗ ਸਾਹਿਬ ਦੇ ਵੱਲੋਂ ਉਹਨਾਂ ਨੂੰ ਇੱਕ ਚੈਲੰਜ ਕੀਤਾ ਗਿਆ, ਖੁੱਲ੍ਹਾ ਚੈਲੰਜ ਕੀਤਾ ਗਿਆ। ਵੜਿੰਗ ਸਾਹਿਬ ਨੇ ਕਿਸ ਮਾਮਲੇ ਦੇ ਵਿੱਚ ਹੁਣ ਤੇ ਕਿਵੇਂ ਚੈਲੰਜ ਕੀਤਾ, ਕਿਵੇਂ ਦੇਖ ਰਹੇ ਹੋ ਉਸ ਚੁਣੌਤੀ ਨੂੰ ਤੇ ਕਿਵੇਂ ਦੇਖ ਰਹੇ ਹੋ ਪੂਰੀ ਪ੍ਰੈਸ ਕਾਨਫਰੰਸ ਨੂੰ? ਮਾਨ ਸਾਹਿਬ, ਜਿਸ ਤਰੀਕੇ ਨਾਲ ਕੱਲ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਕਰਨ ਦੇ ਨਾਲ ਜਿੱਥੇ ਉਹਨਾਂ ਨੇ ਆਪਣਾ ਪੱਖ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ, ਉੱਥੇ ਨਾਲ ਇੱਕ ਕਿਸਮ ਨਾਲ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਚੈਲੰਜ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਰਾਜਾ ਵੜਿੰਗ ਦੀ ਸਥਿਤੀ ਨੂੰ ਵੀ, ਜਿਹੜੇ ਉਹਨਾਂ ਦੇ ਸਿਆਸੀ ਕੱਟੜ ਵਿਰੋਧੀ ਨੇ, ਉਹਨਾਂ ਨੂੰ ਵੀ ਉਹਨਾਂ ਨੇ ਇੱਕ ਕਿਸਮ ਨਾਲ ਨੰਗਿਆ ਕਰਨ ਦਾ ਯਤਨ ਕੀਤਾ। ਹਾਲਾਂਕਿ ਇਸ ਗੱਲ ਦੀ ਸਮਝ ਨਹੀਂ ਆਈ ਮਨਪ੍ਰੀਤ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਦੀ ਕਿ ਗੱਲ ਤਾਂ ਉਹ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਵਾਸਤੇ ਕਰ ਰਹੇ ਸਨ ਕਿ ਹਾਂ ਭਈ ਮੈਂ ਕਿਸੇ ਵੀ ਕਿਸਮ ਦਾ ਕੋਈ ਵੀ ਹੇਰਾਫੇਰੀ ਜਿਹੜੀ ਨਹੀਂ ਕੀਤੀ, ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ 'ਚ ਮੈਂ ਨਹੀਂ ਬਦਲਿਆ, ਮੇਰੇ ਬਦਲਣ ਤੋਂ ਉਹ ਪਹਿਲਾਂ, ਮੇਰੇ ਖਰੀਦਣ ਤੋਂ ਪਹਿਲਾਂ ਉਹ ਤਬਦੀਲ ਹੋ ਚੁੱਕੇ ਸਨ, ਮੈਂ ਕਿਸੇ ਨੂੰ ਬੋਲੀ ਦੇਣ ਵਿੱਚ ਨਹੀਂ ਡੱਕਿਆ, ਮੈਂ ਕਿਵੇਂ ਕਿਸੇ ਨੂੰ ਡੱਕ ਸਕਣਾ, ਇਹੋ ਜਿਹੇ ਉਹਨਾਂ ਨੇ ਆਪਣੇ ਪੱਖ ਤਾਂ ਰੱਖੇ। ਠੀਕ ਸੀ, ਉਦੋਂ ਤੱਕ ਤਾਂ ਪ੍ਰੈਸ ਕਾਨਫਰੰਸ ਠੀਕ ਚੱਲ ਰਹੀ ਹੈ ਕਿ ਜਦੋਂ ਉਹ ਆਪਣੀ ਸਥਿਤੀ ਨੂੰ ਸਪਸ਼ਟ ਕਰ ਰਹੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ। ਤੇ ਵੱਡੀ ਗੱਲ, ਆਪਣੇ ਆਪ ਨੂੰ ਉਹਨਾਂ ਨੇ ਬੜਾ ਇਮਾਨਦਾਰ, ਮੈਂ ਕਦੀ ਡਰਾਈਵਰੀ ਮੈਂ ਆਪ ਕਰਦਾ ਰਿਹਾ, ਮੈਂ ਕਦੀ ਤੇਲ ਨਹੀਂ ਪਵਾਇਆ, ਕਦੀ ਟੈਲੀਫੋਨ ਦਾ ਚਾਰਜ ਨਹੀਂ ਲਿਆ, ਚਾਹ ਦੇ ਬਿੱਲ ਨਹੀਂ ਲਏ। ਜੇ ਤੁਸੀਂ ਨਹੀਂ ਲਏ, ਜੇਕਰ ਤੁਸੀਂ ਵਾਕਿਆ ਹੀ ਇੰਨੇ ਇਮਾਨਦਾਰ ਜੇ, ਤਾਂ ਫਿਰ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ, ਤੁਸੀਂ ਆਪਣੀਆਂ ਇਹਨਾਂ ਗੱਲਾਂ ਨੂੰ ਦੱਸੋ ਨਾ। ਤੇ ਫਿਰ ਦੂਜੇ ਪਾਸੇ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਜਿੰਨੇ ਵੱਡੇ ਦਾਅਵੇ ਤੁਸੀਂ ਕੀਤੇ ਤੇ ਤੁਹਾਡੇ ਖਿਲਾਫ ਸ਼ਿਕਾਇਤ ਜਿਹੜੀ ਆ ਤੁਹਾਡੇ ਹੀ ਪਾਰਟੀ ਦਾ ਬੰਦਾ ਸਰੂਪ ਚੰਦ ਸਿੰਗਲਾ ਹੁਣੀ ਕਰ ਰਹੇ ਆ। ਹੁਣ ਉਸ ਬੰਦੇ ਨੇ ਵੀ ਜਿਹੜੀ ਸ਼ਿਕਾਇਤ ਕੀਤੀ ਹੈ ਤੱਥਾਂ ਦੇ ਆਧਾਰ ਤੇ ਕੀਤੀ, ਉਹ ਵਿਅਕਤੀ ਕਹਿ ਰਿਹਾ ਕਿ ਹਾਂ ਭਈ ਮੈਂ ਅੱਜ ਵੀ ਉਹਨਾਂ ਆਪਣੀ ਸਟੇਟਮੈਂਟ ਤੇ ਪੂਰਨ ਤੌਰ ਤੇ ਕਾਇਮ ਆ। ਤੇ ਜੇ ਤੁਸੀਂ ਇੰਨੇ ਇਮਾਨਦਾਰ ਜੇ ਤੁਸੀਂ ਇੰਨਾ ਕੁਝ ਪਿਛਲੇ 9 ਸਾਲਾਂ 'ਚ ਜਦੋਂ ਬਤੌਰ ਖਜ਼ਾਨਾ ਮੰਤਰੀ ਰਹੇ, 30 ਸਾਲ 25 ਸਾਲ ਤੁਸੀਂ ਕਿ ਬਤੌਰ MLA ਰਹੇ ਜੇ, ਤਾਂ ਇੰਨਾ ਕੁਝ ਤੁਹਾਡਾ ਪ੍ਰੋਫਾਈਲ ਹੈ, ਤੇ ਫਿਰ ਤੁਹਾਡੇ ਖਿਲਾਫ ਸ਼ਿਕਾਇਤ ਕਿਉਂ ਹੋਈ? ਇਹ ਵੀ ਇੱਕ ਪ੍ਰਸ਼ਨ ਆ। ਖੈਰ, ਇਹ ਸ਼ਿਕਾਇਤਾਂ ਦੌਰ ਚੱਲਦਾ
ਪਾਰਟੀ ਦੇ ਤੁਹਾਡੀ ਹੀ ਪਾਰਟੀ ਦੇ ਬੰਦੇ ਨੇ ਤੁਹਾਡੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਹੈ ਮਨਪ੍ਰੀਤ ਸਿੰਘ ਬਾਦਲ। ਉਸ ਤੋਂ ਅੱਗੇ ਪ੍ਰੈਸ ਕਾਨਫਰੰਸ ਦਾ ਜਿਹੜਾ ਦੂਜਾ ਪੱਖ ਆ, ਬੜਾ ਰੌਚਕ ਪੱਖ ਆ ਕਿ ਇੱਕ ਪਾਸੇ ਦਾ ਉਹ ਆਪਣੇ ਪੁਰਾਣੇ ਸਾਥੀ ਜਿਹੜੇ ਉਹਨਾਂ ਦੀ ਪੀਪੀ ਪਾਰਟੀ ਦੇ ਸੱਜੇ ਖੱਬੇ ਉਸ ਵਕਤ ਹੁੰਦੇ ਸੀ ਭਗਵੰਤ ਮਾਨ, ਜਿਹੜੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਉਹ ਸਿੱਧਾ ਚੈਲੰਜ ਕਰਦੇ ਆਏ ਆ ਕਿ ਜੋ ਤੇਰੀ ਔਕਾਤ ਆ ਜਾਂ ਜੋ ਵੀ ਤੇਰੀ ਹੈਸੀਅਤ ਕਰਕੇ ਵੇਖ ਲਾ ਕਿ ਮੇਰਾ ਤੂੰ ਜੋ ਨੁਕਸਾਨ ਕਰਨਾ। ਚਲੋ ਉਸ ਦਾ ਨੁਕਸਾਨ ਤਾਂ ਹੁਣ ਮਨਪ੍ਰੀਤ ਬਾਦਲ ਦਾ ਨੁਕਸਾਨ ਹੋਣਾ ਜਾਂ ਨਾ ਹੋਣਾ ਉਹ ਤੇ ਹੁਣ ਵਿਜੀਲੈਂਸ ਨੇ ਦੇਖਣਾ, ਪਰ ਜਿਸ ਤਰੀਕੇ ਦੀ ਸ਼ਬਦਾਵਲੀ ਉਹ ਪਹਿਲਾਂ ਵਰਤ ਰਹੇ ਆ ਉਸ ਤੇ ਉਲਟ ਆਣ ਕੇ ਫਿਰ ਇਸ ਤਰੀਕੇ ਦੀ ਗੱਲਬਾਤ ਕੋਈ ਸਮਝ ਨਹੀਂ ਆਈ। ਤੇ ਸਭ ਤੋਂ ਵੱਡੀ ਗੱਲ ਜਿਹੜਾ ਸਟੇਰਿੰਗ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਰਾਜਾ ਵੜਿੰਗ ਵੱਲ ਮੋੜ ਲਿਆ। ਹੁਣ ਇਸ ਪ੍ਰੈਸ ਕਾਨਫਰੰਸ ਨੂੰ ਤਿੰਨ ਤਰੀਕੇ ਨਾਲ ਵੇਖਿਆ ਜਾਵੇ। ਇੱਕ ਪਾਸੇ ਤਾਂ ਉਹ ਆਪਣੀ ਸਥਿਤੀ ਸਪਸ਼ਟ ਕਰਦੇ ਆ ਤੇ ਦੂਜੇ ਪਾਸੇ ਉਹ ਰਾਜਾ ਵੜਿੰਗ ਨੂੰ ਕਰੜੇ ਹੱਥੀ ਲਾਉਂਦੇ ਆ ਕਿ ਤੂੰ ਟੋਪੀ ਪਾ ਕੇ ਮੂੰਹ ਤੇ ਮਾਸਕ ਲਾ ਕੇ ਭਗਵੰਤ ਮਾਨ ਦੇ ਗੋਡੀ ਹੱਥ ਲਾਇਆ ਹਾਂ, ਮੈਂ ਨਹੀਂ ਲਾਉਣਾ। ਇਹ ਇੱਕ ਤਰੀਕੇ ਦਾ ਉਹਨਾਂ ਨੇ ਨੰਗਿਆ ਕਰਨ ਦਾ ਯਤਨ ਰਾਜਾ ਵੜਿੰਗ ਨੂੰ ਕੀਤਾ ਕਿ ਜਿਹੜੇ ਤੇਰੇ ਖਿਲਾਫ ਕੋਈ ਇਨਕੁਆਰੀਆਂ ਚੱਲ ਰਹੀਆਂ ਨੇ ਉਹਨਾਂ ਇਨਕੁਆਰੀਆਂ ਚੱਲਣੀਆਂ ਸਨ, ਮਾਫ ਕਰਨਾ। ਕਿ ਜਿਸ ਤਰੀਕੇ ਨਾਲ ਕਥਿਤ ਤੌਰ ਤੇ ਇਲਜ਼ਾਮ ਲੱਗਦਾ ਰਾਜਾ ਵੜਿੰਗ ਤੇ ਕਿ ਰਾਜਸਥਾਨ ਵਿੱਚ ਬੱਸਾਂ ਦੀ ਬਾਡੀਜ਼ ਨੂੰ ਲੈ ਕੇ ਜੋ ਸੰਕੇਤ ਉਹਨਾਂ ਨੇ ਦੇਣ ਦਾ ਯਤਨ ਕੀਤਾ ਮਨਪ੍ਰੀਤ ਬਾਦਲ ਨੇ ਕਿ ਹਾਂ ਭਈ ਉਹ ਤੂੰ ਗੋਡਿਆਂ ਨੂੰ ਹੱਥ ਲਾਇਆ, ਮੈਂ ਉਹ ਵਿਅਕਤੀ ਨਹੀਂ ਆ। ਤਾਂ ਕਹਿਣ ਦਾ ਭਾਵ ਕਿ ਇਹ ਕਿਸੇ ਨਾਲ ਰਾਜਾ ਵੜਿੰਗ ਦੀ ਉਸ ਗੱਲ ਨੂੰ ਉਹਨਾਂ ਨੇ ਕਹਿ ਸਕਣੇ ਕਿ ਉਹ ਤੱਥ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਕਿ ਹਾਂ ਭਈ ਰਾਜਾ ਵੜਿੰਗ ਦੇ ਅੰਦਰੋਂ ਅੰਦਰੀ ਭਗਵੰਤ ਮਾਨ ਨਾਲ ਸਮਝੌਤਾ ਹੋ ਚੁੱਕਾ। ਤੇ ਸ਼ਾਇਦ ਇਸੇ ਹੀ ਕਾਰਨ ਅੱਜ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਦੇ ਵੀ ਭਗਵੰਤ ਮਾਨ ਦੇ ਖਿਲਾਫ ਕੋਈ ਸਖਤ ਟਿੱਪਣੀ ਜਾਂ ਸਖਤ ਬਿਆਨਬਾਜ਼ੀ ਜਿਹੜੀ ਹੈ ਕਦੇ ਨਹੀਂ ਕੀਤੀ। ਇਹਨਾਂ ਦਾ ਮਤਲਬ ਇਹ ਸੀ, ਪਰ ਉਹਨਾਂ ਨੇ ਕਿਉਂਕਿ ਇਹ ਬੀਤੇ ਦੌਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਮਨਪ੍ਰੀਤ ਬਾਦਲ ਦਾ ਕੱਟੜ ਵਿਰੋਧੀ ਰਿਹਾ, ਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਇਹਨਾਂ ਨੂੰ ਵੀ ਟਾਰਗੇਟ ਜਿਹੜਾ ਕੀਤਾ। ਹੁਣ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਦੂਸਰੇ ਪਾਸੇ ਜਵਾਬ ਤਾਂ ਆਉਣਾ ਹੀ ਆਉਣਾ ਸੀ। ਰਾਜਾ ਵੜਿੰਗ ਦੀ ਵੀ ਸਟੇਟਮੈਂਟ ਜਿਹੜੀ ਆ ਇਸ ਮੁੱਦੇ ਤੇ ਉਹ ਸਾਹਮਣੇ ਆ ਗਈ। ਹਾਂ ਕੋਈ ਕਹਿੰਦਾ ਵੀ ਸਾਬਤ ਕਰੋ ਜਿਸ ਤਰੀਕੇ ਦੀ ਵੀ ਗੱਲਾਂ ਹੈਗੀਆਂ ਨੇ, ਕਿਉਂਕਿ ਉਸ ਹਲਕੇ 'ਚ ਦੋਵੇਂ ਵਿਅਕਤੀ ਜਿਹੜੇ ਆਉਂਦੇ ਨੇ। ਪਰ ਜਿਸ ਤਰੀਕੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗੱਲਾਂ ਕੀਤੀਆਂ ਜੀ ਮੇਰੇ ਕੋਲ ਪੈਸਾ ਨਹੀਂ ਸੀ, ਮੈਂ ਪਲਾਟ ਖਰੀਦਣਾ ਸੀ, ਗੜਗਾਉਂ ਵਾਲਾ ਵੇਚਿਆ, ਇਹ ਗੱਲਾਂ ਮਿਰਜ਼ਾ ਗਾਲਬ ਕਿਉਂਕਿ ਉਸ ਵਕਤ ਉਹਨਾਂ ਨੂੰ ਕਿਹਾ ਜਾਣਾ ਕੋਈ ਸਮਝ ਨਹੀਂ ਆਈ ਕਿ ਮਨਪ੍ਰੀਤ ਸਿੰਘ ਬਾਦਲ ਇਹ ਸਭ 'ਚ ਸਾਬਤ ਕੀ ਕਰਨਾ ਚਾਹੁੰਦੇ ਆ। ਸਥਿਤੀਆਂ ਇਹੋ ਜਿਹੀਆਂ ਨੇ ਕਿ ਕੱਲ ਉਹਨਾਂ ਨੇ ਸਿਆਸਤ ਨੂੰ ਗਰਮਾਉਣ ਦਾ ਯਤਨ ਜਿਹੜਾ ਜ਼ਰੂਰ ਕੀਤਾ, ਕਿਉਂਕਿ ਅੱਜ ਤੱਕ ਜੇਕਰ ਮੈਂ ਵੇਖਾਂ ਤਾਂ ਪਿੱਛੇ ਬੜੇ ਲੰਮੇ ਸਮੇਂ ਤੋਂ ਬਾਅਦ ਉਹ ਪ੍ਰੈਸ ਨਾਲ ਮੁਖਾਤਬ ਹੋਏ ਨੇ। ਜ਼ਿਆਦਾਤਰ ਜਦੋਂ ਖਜ਼ਾਨਾ ਮੰਤਰੀ ਉਦੋਂ ਵੀ ਇਹੋ ਜਿਹੀ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਨਹੀਂ ਸੀ ਕਦੇ ਕੀਤੀ ਜਿੱਥੋਂ ਤੱਕ ਮੈਨੂੰ ਯਾਦ ਆ। ਪਰ ਜਿਸ ਤਰੀਕੇ ਨਾਲ ਕੱਲ ਆਏ ਨੇ ਤਾਂ ਜਿਸ ਤਰੀਕੇ ਨਾਲ ਰਾਜਾ ਵੜਿੰਗ ਤੇ ਉਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਔਰ ਜਿਸ ਤਰੀਕੇ ਨਾਲ ਦੂਜੇ ਬੰਨੇ ਆਪਣੇ ਪੱਖ ਨੂੰ ਪੇਸ਼ ਕੀਤਾ ਕਿ ਹਾਂ ਵੀ ਮੈਂ ਕੋਈ ਵੀ ਹੇਰਾਫੇਰੀ ਜਿਹੜੀ ਹੈ ਨਹੀਂ ਕੀਤੀ, ਪਰ ਉਹਨਾਂ ਦੀ ਕਥਨੀ ਤੇ ਕਰਨੀ ਬੋਲਾਂ ਦੇ ਵਿੱਚ ਜਿਹੜੀ ਬਾਡੀ ਲੈਂਗੁਏਜ ਸੀ ਬਿਲਕੁਲ ਉਹ ਆਪਣੇ ਸੁਭਾਅ ਦੇ ਅਨੁਸਾਰ ਹੌਲੀ ਹੌਲੀ ਉਹ ਬੋਲੇ ਤਾਂ ਜ਼ਰੂਰ, ਪਰ ਪ੍ਰਸ਼ਨ ਮਾਨ ਸਾਹਿਬ ਫਿਰ ਉੱਥੇ ਦਾ ਉੱਥੇ ਆ। ਜੇਕਰ ਤੁਸੀਂ ਏਡੇ ਇਮਾਨਦਾਰ ਜੇਕਰ ਤੁਸੀਂ ਡਰਾਈਵਿੰਗ ਖੁਦ ਕਰਦੇ ਜੇ, ਤੇਲ ਖੁਦ ਪਵਾਉਂਦੇ ਜੇ, ਜੇਕਰ ਫਾਸਟੈਗ ਨਹੀਂ ਵਰਤਦੇ, ਤੁਸੀਂ ਟੋਲ ਤੇ ਪੈਸੇ ਦਿੰਦੇ ਜੇ, ਤਾਂ ਫਿਰ ਤੁਹਾਡੇ ਖਿਲਾਫ ਕੰਪਲੇਨ ਕਿਉਂ ਹੋਈ? ਪ੍ਰਸ਼ਨ ਤਾਂ ਇਹ ਹੈ। ਤਾਂ ਕੰਪਲੇਨ ਕੀਤੀ ਕਿਹਦੇ ਵੱਲੋਂ ਗਈ? ਕਿਸੇ ਅਕਾਲੀ ਉਹਨਾਂ ਦੀ ਹੀ ਪਾਰਟੀ ਦੇ ਸਰੂਪ ਚੰਦ ਸਿੰਗਲਾ ਵੱਲੋਂ, ਜਿਹੜੇ ਅੱਜ ਵੀ ਆਪਣੀ ਬਿਆਨਾਂ ਤੇ ਕਾਇਮ ਨੇ। ਸੋ ਮਨਪ੍ਰੀਤ ਸਿੰਘ ਬਾਦਲ ਦੀ ਇਹਨਾਂ ਹੁਣ ਬਿਆਨਾਂ ਤੋਂ ਬਾਅਦ ਖਾਸ ਤੌਰ ਤੇ ਰਾਜਾ ਵੜਿੰਗ ਦੇ ਸੰਦਰਭ ਵਿੱਚ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਆ, ਕੁਦਰਤੀ ਤੌਰ ਤੇ ਸਿਆਸਤ ਜਿਹੜੀ ਪੰਜਾਬ ਦੀ ਜ਼ਰੂਰ ਗਰਮਾਏਗੀ ਔਰ ਗਰਮਾ ਵੀ ਚੁੱਕੀ ਆ। ਹੁਣ ਇਹ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਵੱਲੋਂ ਇਸ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਵੀ ਟਵੀਟ ਕਰਕੇ ਜਵਾਬ ਦਿੱਤਾ ਕਿ ਹਾਂ ਵੀ ਇਸ ਨੂੰ ਸਾਬਤ ਕੀਤਾ ਜਾਵੇ ਜਾਂ ਜੋ ਸਥਿਤੀਆਂ ਨਹੀਂ, ਪਰ ਇਹਦੇ ਨਾਲ ਹੁਣ ਮਨਪ੍ਰੀਤ ਸਿੰਘ ਬਾਦਲ ਵਾਸਤੇ ਆਉਂਦੇ ਦਿਨ ਜਿਹੜੇ ਨੇ ਆਪਣੇ ਅਸੀਂ ਕਹਿ ਸਕਦੇ ਕਿ ਮੁਸ਼ਕਲਾਂ ਭਰਪੂਰ ਜ਼ਰੂਰ ਹੋ ਸਕਦੇ ਆ, ਕਿਉਂਕਿ ਸਥਿਤੀਆਂ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਕਿਹਾ ਕਿ ਨਾ ਮੈਂ ਤੇਥੋਂ ਡਰਦਾ ਨਾ ਤੇ ਵਿਜੀਲੈਂਸ ਤੋਂ ਡਰਦਾ। ਹੁਣ ਵਿਜੀਲੈਂਸ ਤੋਂ ਡਰਦਾ ਜਾਂ ਨਾ ਡਰਾਉਣਾ ਇਹ ਤਾਂ ਉਹ ਵੇਖਣਾ ਆ, ਪਰ ਜਦੋਂ ਮਾਨ ਸਾਹਿਬ ਤੁਹਾਨੂੰ ਵੀ ਪਤਾ ਜਦੋਂ ਵਿਜੀਲੈਂਸ ਫਿਰ ਪੈਂਦੀ ਆ ਆਪਣੇ ਤਰੀਕੇ ਨਾਲ, ਜਦੋਂ ਫਿਰ ਉਹ ਜਾਂਚ ਕਰਦੀ ਆ ਤਾਂ ਫਿਰ ਤੁਸੀਂ ਵੇਖ ਲਓ ਮੰਤਰੀਆਂ ਨੂੰ ਕਿਸ ਤਰੀਕੇ ਨਾਲ ਹਾਰਟ ਅਟੈਕ ਵੀ ਹੁੰਦੇ ਆ। ਵਿਜੀਲੈਂਸ ਜਦੋਂ ਗ੍ਰਿਫਤਾਰ ਕਰਨ ਜਾਂਦੀ ਹੈ ਫਿਰ ਹਾਰਟ ਅਟੈਕ ਵੀ ਮੰਤਰੀਆਂ ਨੂੰ ਹੁੰਦੇ ਆ, ਫਿਰ ਹਸਪਤਾਲਾਂ ਦੇ ਵਿੱਚੋਂ ਵੀ ਰੈਫਰ ਕੀਤਾ ਜਾਂਦਾ। ਖਾਸ ਤੌਰ ਤੇ ਬੀਤੇ ਦੌਰ ਦੇ ਵਿੱਚ ਵੇਖ ਲਓ ਕਿ ਕਾਂਗਰਸ ਤੇ ਜਦੋਂ ਸਾਬਕਾ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਤੇ ਕਿਹੋ ਜਿਹੀਆਂ ਗੱਲਾਂ ਉਦੋਂ ਸਾਹਮਣੇ ਆਈਆਂ। ਸੋ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਤੇ ਕਈ ਵਾਰੀ ਅਸੀਂ ਅੰਦਰੋਂ ਇੰਨਾ ਇਹ ਮਨੁੱਖੀ ਮਾਨਸਿਕਤਾ ਇਹੋ ਜਿਹੀ ਆ ਕਿ ਜਦੋਂ ਵਿਅਕਤੀ ਇਹ ਗੱਲ ਕਹਿ ਰਿਹਾ ਹੁੰਦਾ ਕਿ ਮੈਂ ਨਹੀਂ ਜੇ ਡਰਦਾ ਕਿਸੇ ਤੋਂ, ਉਸ ਵਕਤ ਉਹ ਡਰ ਜ਼ਰੂਰ ਰਿਹਾ ਹੁੰਦਾ। ਜੀ ਬਿਲਕੁਲ ਸਰ। ਕੱਲ ਜਿਸ ਤਰੀਕੇ ਦੇ ਨਾਲ ਹੁਣ ਆਪਾਂ ਕਹੀਏ ਵੀ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਹਟ ਹੋਈ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਕੱਲ ਵੜਿੰਗ ਸਾਹਿਬ ਨੇ ਜਵਾਬ ਦੇਤਾ ਹੈ, ਚੁਣੌਤੀ ਸਿੱਧੀ ਦਿੱਤੀ ਹੈ, ਉਸ ਤਰੀਕੇ ਦੇ ਨਾਲ ਹੋ ਸਕਦਾ ਵੀ ਮਾਨ ਸਰਕਾਰ ਮਾਫ ਕਰਨਾ ਸੀਐਮ ਮਾਨ ਸਾਹਿਬ ਉਹ ਵੀ ਹੁਣ ਅੱਜ ਆਪਣਾ ਜਵਾਬ ਲੱਗਦਾ ਵੀ ਦੇ ਦੇਣਗੇ, ਕਿਉਂਕਿ ਮਾਨ ਸਾਹਿਬ
ਸੂਦ ਸਮੇਤ ਕਰਜ਼ਾ ਚੁਕਤਾ ਕਰਦੇ ਨੇ। ਪਰ ਦੂਸਰੇ ਪਾਸੇ ਹੁਣ ਰਾਜਪਾਲ ਸਾਹਿਬ ਦੀ ਗੱਲ ਕਰੀਏ, ਉਹ ਵੀ ਉਸੇ ਲਹਿਜ਼ੇ ਦੇ ਵਿੱਚ ਸੀਐਮ ਮਾਨ ਨੂੰ ਘੇਰਦੇ ਨਜ਼ਰ ਆਏ ਨੇ, ਜਿਸ ਲਹਿਜ਼ੇ ਦੇ ਵਿੱਚ ਸੀਐਮ ਸਾਹਿਬ ਰਾਜਪਾਲ ਨੂੰ ਜਵਾਬ ਦਿੰਦੇ ਨੇ। ਭਾਵ ਕਿ ਇੱਕ ਨਵੀਂ ਚਿੱਠੀ ਆਈ ਹੈ, ਨਵੀਂ ਚਿੱਠੀ ਦੇ ਵਿੱਚ ਮਾਨ ਸਰਕਾਰ ਨੂੰ ਸਿੱਧੀ ਸਿੱਧੀ ਚੁਣੌਤੀ ਦਿੱਤੀ ਗਈ ਹੈ ਤੇ ਧਮਕੀ ਭਰੇ ਲਹਿਜ਼ੇ ਦੇ ਵਿੱਚ ਹੁਣ ਉਹਨਾਂ ਚਿੱਠੀਆਂ ਦਾ ਜਵਾਬ ਮੰਗਿਆ ਗਿਆ ਜਿਨ੍ਹਾਂ ਨੂੰ ਭਗਵੰਤ ਮਾਨ ਲਵ ਲੈਟਰ ਕਹਿੰਦੇ ਸੀਗੇ। ਕਿਵੇਂ ਦੇਖ ਰਹੇ ਹੋ ਰਾਜਪਾਲ ਦੀ ਇਸ ਨਵੀਂ ਚਿੱਠੀ ਨੂੰ ਕਿ ਇਹਨਾਂ ਚਿੱਠੀਆਂ ਦਾ ਹੁਣ ਜਵਾਬ, ਕਿਉਂਕਿ ਧਮਕੀ ਦਿੱਤੀ ਗਈ ਨਾਲ ਸੰਵਿਧਾਨ ਦਾ ਹਵਾਲਾ ਦਿੱਤਾ ਗਿਆ, ਕਾਨੂੰਨ ਦਾ ਹਵਾਲਾ ਦਿੱਤਾ ਗਿਆ ਕਿ ਮਾਨ ਸਾਹਿਬ ਉਹਨਾਂ ਸਾਰੀ ਚਿੱਠੀਆਂ ਦਾ ਹੁਣ ਜਵਾਬ ਦੇਣਗੇ ਜਿਹੜੀਆਂ ਚਿੱਠੀਆਂ ਰਾਜਪਾਲ ਵੱਲੋਂ ਹੁਣ ਤੱਕ ਮਾਨ ਸਾਹਿਬ ਨੂੰ ਲਿਖੀਆਂ ਗਈਆਂ ਨੇ। ਕਿਵੇਂ ਦੇਖ ਰਹੇ ਹੋ ਨਵੀਂ ਚਿੱਠੀ ਨੂੰ? ਦੇਖੋ, ਰਾਜਪਾਲ ਔਰ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ ਜਿਹੜੀ ਟੱਸਲ ਆ, ਇਹ ਕੋਈ ਨਵੀਂ ਟੱਸਲ ਨਹੀਂ ਹੈ। ਇਹ ਟੱਸਲ ਬੀਤੇ ਲੰਮੇ ਸਮੇਂ ਤੋਂ ਚੱਲਦੀ ਪਈ ਹੈ ਤੇ ਇਹ ਟੱਸਲ ਨੇ ਜ਼ਿਆਦਾ ਰੂਪ ਉਸ ਦਿਨ ਗੰਭੀਰ ਰੂਪ ਧਾਰਨ ਕਰਦਾ ਹੈ ਅੱਜ ਤੋਂ 2 ਦਿਨ ਜਾਂ 3 ਦਿਨ ਪਹਿਲਾਂ। ਜਿਸ ਦਿਨ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਦੇ ਇੰਨੀ ਗੱਲ ਕਹੀ, ਕਹਿੰਦਾ ਬੜੀ ਹੈਰਾਨਗੀ ਦੀ ਗੱਲ ਆ ਕਿ ਰਾਜਪਾਲ ਸਾਹਿਬ ਨੂੰ ਇਹ ਪਤਾ ਹੀ ਨਹੀਂ ਕਿ ਇਹ ਜੇ ਕਹਿੰਦਾ ਦੁਰਭਾਗਿਆਪੂਰਨ ਜਾਂ ਬੜੀ ਮਾੜੀ ਗੱਲ ਹੈ ਕਿ ਜੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਜਿਹੜਾ ਸੈਸ਼ਨ ਸੱਦਿਆ ਗਿਆ ਸੀ ਇਹ ਸੰਵਿਧਾਨ ਦੇ ਅਨੁਸਾਰ ਹੈ। ਕਹਿੰਦਾ ਮੈਨੂੰ ਉਹਨਾਂ ਦੀ ਜਾਣਕਾਰੀ ਤੇ ਹਾਸਾ ਆਉਂਦਾ, ਬੜੀ ਹੈਰਾਨਗੀ ਹੁੰਦੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੇ, ਅਸੀਂ ਵੀ ਸਭ ਕੁਝ ਪਤਾ ਕਰਕੇ ਹੀ ਇਹ ਸੈਸ਼ਨ ਜਿਹੜਾ ਬੁਲਾਇਆ। ਹੁਣ ਦੂਜੇ ਪਾਸੇ 4 ਦਿਨ ਪਹਿਲਾਂ ਦੀ ਸਟੇਟਮੈਂਟ ਮਾਨ ਸਾਹਿਬ ਦੀ ਹੈ ਤੇ ਕੱਲ ਫਿਰ ਆਪਣੇ ਰਾਜਪਾਲ ਸਾਹਿਬ ਸਾਹਮਣੇ ਆ ਜਾਂਦੇ ਆ। ਰਾਜਪਾਲ ਸਾਹਿਬ ਨੇ ਆਣ ਕੇ ਚਿੱਠੀ ਪਹਿਲਾਂ ਕਹਿੰਦੇ ਜੀ ਅਟਾਰਨੀ ਜਨਰਲ ਕਹਿੰਦੇ ਜਿਹੜੀ ਮੈਂ ਰਾਏ ਲੱਲੀ ਆ ਉਹਦੇ ਅਨੁਸਾਰ ਤੇ ਭਾਈ ਸਾਹਿਬ ਤੁਸੀਂ ਬਜਟ ਸੈਸ਼ਨ ਹੀ ਤੁਹਾਡਾ ਇਹ ਗੈਰ ਸੰਵਿਧਾਨਕ ਆ ਤੇ ਜਿਹੜੇ ਤੁਸੀਂ ਬਿੱਲ ਪਾਸ ਕੀਤੇ ਫਿਰ ਉਹ ਵੀ ਮੂਲੋਂ ਰੱਦ ਹੋ ਜਾਂਦੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਖਿਲਾਫ ਤੁਹਾਡੇ ਭ੍ਰਿਸ਼ਟਾਚਾਰ ਦੀਆਂ ਕਹਿੰਦੇ ਬੜੀਆਂ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਨੇ ਮੇਰੇ ਕੋਲ। ਇਹ ਆਪਣੇ ਲਖਵਿੰਦਰ ਜੀ ਇਹ ਨੁਕਤਾ ਜਿਹੜਾ ਧਿਆਨ ਦੇਣ ਵਾਲਾ ਕਿ ਇਹ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਨੇ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਉਹ ਕਿਹੜੀਆਂ ਸ਼ਿਕਾਇਤਾਂ ਨੇ, ਉਹਦਾ ਖੁਲਾਸਾ ਜਿਹੜਾ ਜੇ ਰਾਜਪਾਲ ਸਾਹਿਬ ਨੇ ਨਹੀਂ ਕੀਤਾ ਕਿ ਉਹ ਸ਼ਿਕਾਇਤਾਂ ਜਿਹੜੀਆਂ ਨੇ ਜਿਸ ਤਰ੍ਹਾਂ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਸੰਬੰਧ ਦੇ ਵਿੱਚ ਬੀਤੇ ਦਿਨਾਂ 'ਚ ਰੌਲਾ ਪਿਆ ਜਾਂ ਉਹ ਜਾਂ ਇਹਨਾਂ ਦੇ ਵਿਧਾਇਕਾਂ ਵੱਲੋਂ ਜਿਹੜੀਆਂ ਕਥਾਕਥਿਤ ਅਸੀਂ ਕਹਿ ਸਕਦੇ ਕਿ ਘਪਲੇਬਾਜ਼ੀਆਂ ਜਾਂ ਇਹੋ ਜਿਹੀਆਂ ਗੱਲਾਂ ਨੇ ਜਾਂ ਕਟਾਰੂ ਚੱਕ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਰਾਜਪਾਲ ਨੇ ਸਾਹਿਬ ਮੰਗੀ ਸੀ ਜਾਂ ਇਹੋ ਜਿਹੀਆਂ, ਪਰ ਅਜੇ ਤੱਕ ਰਾਜਪਾਲ ਸਾਹਿਬ ਨੇ ਉਹ ਖੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਭ੍ਰਿਸ਼ਟਾਚਾਰ ਦੀਆਂ, ਕਿਹੜੇ ਮੰਤਰੀਆਂ ਦੀਆਂ ਜਾਂ ਕਿਹੜੇ ਵਿਧਾਇਕਾਂ ਦੀਆਂ ਪਹੁੰਚੀਆਂ ਨੇ। ਜਾਂ ਜਦ ਤੱਕ ਮੈਂ ਸਮਝਣਾ ਜਿਸ ਤਰ੍ਹਾਂ ਫੌਜਾ ਸਿੰਘ ਸਲਾਰੀ ਦੇ ਮੁੱਦੇ ਤੇ ਵੀ ਅਪਰੋਚ ਕੀਤੀ ਗਈ, ਸਰਬਜੀਤ ਕੌਰ ਮਾਨੂਕੇ ਦੇ ਮੁੱਦੇ ਤੇ ਵੀ ਰਾਜਪਾਲ ਨੂੰ ਅਪਰੋਚ ਕੀਤੀ ਗਈ ਵਿਰੋਧੀ ਦਲਾਂ ਵੱਲੋਂ। ਮੇਰਾ ਖਿਆਲ ਇਹ ਨੁਕਤਾ ਜਿਹੜਾ ਇਹ ਹੈ ਕਿ ਰਾਜਪਾਲ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕੇ ਸਰਕਾਰ ਨੂੰ ਚੇਤਨ ਜ਼ਰੂਰ ਕੀਤਾ। ਬਾਕੀ ਅਜੇ ਰਾਜਪਾਲ ਸਾਹਿਬ ਨੇ ਤੀਰ ਆਪਣਾ ਛੱਡਿਆ ਨਹੀਂ ਕਿਉਂਕਿ ਪਿੱਛਾ ਇੱਕੋ ਹੀ ਤੀਰ ਉਹਨਾਂ ਨੇ ਚਲਾਇਆ ਸੀ ਜਿਹੜਾ ਕਟਾਰੂ ਚੱਕ ਦੇ ਮੁੱਦੇ ਤੇ ਵੀ ਜਾਂ ਬਾਕੀ ਮੁੱਦਿਆਂ ਤੇ, ਪਰ ਉਹਨਾਂ ਨੇ ਇਹ ਜਿਹੜੀ ਸਥਿਤੀ ਆ ਇਹ ਸਪਸ਼ਟ ਕਰਦੇ ਕਿ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਮੇਰੇ ਕੋਲ ਬਹੁਤ ਸ਼ਿਕਾਇਤਾਂ ਨੇ। ਤੇ ਹੁਣ ਜਿਹੜੀ ਅਗਲੀ ਸਥਿਤੀ ਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਲਵ ਲੈਟਰ ਕਹਿੰਦੇ ਜੀ, ਇਹ ਮੁੱਖ ਮੰਤਰੀ ਦੀ ਭਾਸ਼ਾ ਦੇ ਵਿੱਚ ਉਹਨਾਂ ਜਵਾਬ ਦਿੱਤਾ ਕਿ ਉਹਨਾਂ ਦਾ ਜਵਾਬ ਦੇਣ ਵਾਸਤੇ ਤੁਸੀਂ ਪਾਬੰਦ ਜੇ ਕਿਉਂਕਿ ਸੁਪਰੀਮ ਕੋਰਟ ਨੇ ਵੀ ਉਸ ਦਾ ਹਵਾਲਾ ਦਿੱਤਾ ਤੇ ਸੰਵਿਧਾਨ ਵੀ ਇਹ ਗੱਲ ਕਹਿੰਦਾ ਧਾਰਾ 65 ਦੇ ਅਨੁਸਾਰ ਕਿ ਤੁਹਾਡੀ ਸਰਕਾਰ ਕੋਲ ਮੈਂ ਕੰਮਾਂ ਕਾਜਾਂ ਦੀ ਜਾਣਕਾਰੀ ਜਿਹੜੀ ਆ ਉਹ ਮੰਗ ਸਕਦਾ। ਹੁਣ ਉਸ ਸਭ ਕਾਸੇ ਦੇ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਹੋਣਾ ਦਾ ਅਗਲਾ ਰੁਖ ਕੀ ਹੁੰਦਾ ਜਾਂ ਕੀ ਇਹ ਟੱਸਲ ਇਸੇ ਤਰ੍ਹਾਂ ਵਧੇਗੀ ਜਾਂ ਜਵਾਬ ਦੇਣਾ ਪਏਗਾ। ਹੁਣ ਸਭ ਤੋਂ ਜ਼ਿਆਦਾ ਜਿਹੜੀ ਦੁਚਿੱਤੀ ਦਾ ਮਸਲਾ ਆ ਮਾਨ ਸਾਹਿਬ ਉਹ ਇਹ ਆ ਕਿ ਉਹ ਜਿਹੜੇ ਬਿੱਲ ਨੇ ਖਾਸ ਤੌਰ ਤੇ ਗੁਰਬਾਣੀ ਪ੍ਰਸਾਰਣ ਦੇ ਬਿੱਲ ਨੂੰ ਲੈ ਕੇ ਜਿਹਦੇ ਉੱਤੇ ਸਰਕਾਰ ਪੂਰੀ ਢਿੱਲ ਲਾ ਕੇ ਬੈਠੀ ਸੀ, ਜੇਕਰ ਗਵਰਨਰ ਸਾਹਿਬ ਨੇ ਇਸ ਮੁੱਦੇ ਨੂੰ ਹੀ ਖਤਮ ਕਰਤਾ, ਅਜਲਾਸ ਨੂੰ ਹੀ ਉਹਨਾਂ ਨੇ ਗੈਰ ਸੰਵਿਧਾਨਕ ਦੱਸ ਦਿੱਤਾ ਤਾਂ ਬਿੱਲ ਰੱਦ ਹੋ ਜਾਂਦੇ ਆ। ਤੇ ਫਿਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਬੈਠੇ ਬਿਠਾਇਆ ਮੁੱਦਾ ਮਿਲ ਜਾਏਗਾ ਕਿ ਸਰਕਾਰ ਜਿਹੜੀ ਆ ਅਨਪੜ੍ਹ ਆ, ਅਨੁਭਵਹੀਨ ਆ, ਇਸ ਤਰੀਕੇ ਨਾਲ ਕਰੀ ਜਾਂਦੀ ਹੈ। ਹੁਣ ਸਰਕਾਰ ਕੋਲ ਅਗਲਾ ਰਸਤਾ ਕੀ ਜੋ ਲੱਗਦਾ, ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਜਾਏਗੀ, ਸੁਪਰੀਮ ਕੋਰਟ ਜਾਂਦੀ ਹੈ, ਉੱਥੇ ਸੁਪਰੀਮ ਕੋਰਟ 'ਚ ਕੀ ਕੁਝ ਹੁੰਦਾ ਜਾਂ ਕੀ ਕੁਝ ਨਹੀਂ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜੇਕਰ ਮੰਨ ਲਓ ਕਿ ਬਜਟ ਅਜਲਾਸ ਨੂੰ ਸੁਪਰੀਮ ਕੋਰਟ ਸਹੀ ਸਿੱਧ ਮੰਨਦੀ ਹੈ ਤਾਂ ਉਹ ਬਿੱਲ ਫਿਰ ਜਾਣੇ ਉੱਤੇ ਜਾਣਗੇ, ਹੋਮ ਮਿਨਿਸਟਰ ਜਿਹੜੀ ਮਿਨਿਸਟਰੀ ਕੋਲ ਜਾਣੇ ਬਿੱਲ ਤਾਂ ਫਿਰ ਉੱਥੇ ਜਾ ਕੇ ਅੜੇ ਰਹਿਣਗੇ। ਭਾਵ ਜਿਸ ਮੁੱਦੇ ਨੂੰ ਲੈ ਕੇ ਇਹ ਬਜਟ ਸੈਸ਼ਨ ਮਾਫ ਕਰਨ ਜਿਹੜਾ ਅਜਲਾਸ ਸੱਦਿਆ ਗਿਆ ਇਹ ਮੁੱਦਾ ਏਡੀ ਜਲਦੀ ਹੱਲ ਹੋਣ ਵਾਲਾ ਲੱਗਦਾ ਨਹੀਂ, ਪਰ ਇਹਦੇ ਨਾਲ ਵਿਰੋਧੀਆਂ ਨੂੰ ਬੈਠੇ ਬਿਠਾਇਆ ਭਗਵੰਤ ਮਾਨ ਨੇ ਜਿਹੜਾ ਮੌਕਾ ਆ ਉਹ ਜ਼ਰੂਰ ਦੇ ਦਿੱਤਾ ਜਾਂ ਰਾਜਪਾਲ ਸਾਹਿਬ ਹੋਣਾ ਨੇ ਇਹ ਚਿੱਠੀ ਨੇ ਵਿਰੋਧੀਆਂ ਨੂੰ ਜਿਹੜਾ ਇਕੱਠਿਆਂ ਜ਼ਰੂਰ ਕਰ ਦਿੱਤਾ। ਹੁਣ ਅਗਲਾ ਪ੍ਰਸ਼ਨ ਇੱਕ ਹੋਰ ਬੜਾ ਮਹੱਤਵਪੂਰਨ ਆ ਕਿ ਜਿੱਥੇ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਉੱਥੇ ਹੀ ਗਵਰਨਰ ਜਿਹੜਾ ਆ ਇਸ ਮੁੱਦੇ ਤੇ ਉੱਤੇ ਸਰਕਾਰ ਨੂੰ ਕਿਉਂ ਘੇਰਦੇ ਆ। ਮਤਲਬ ਜਿਹੜੇ ਇਹ ਕੁਝ ਹੱਦ ਤੱਕ ਇਹ ਗੱਲਾਂ ਸਹੀ ਸਿੱਧ ਹੁੰਦੀਆਂ ਨੇ। ਫਾਰ ਐਗਜ਼ਾਮਪਲ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ, ਗਵਰਨਰ ਕੁਦਰਤੀ ਤੌਰ ਤੇ ਬੀਜੇਪੀ ਦਾ ਹੀ ਉੱਥੇ ਲੱਗਣਾ, ਉੱਥੇ ਸਭ ਕੁਝ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਿਲਕੁਲ ਠੀਕ ਠਾਕ ਆ, ਸੁੱਖ ਚੈਨ ਆ, ਕਿਸੇ ਕਿਸਮ ਦੀ ਸਰਕਾਰ 'ਚ ਕੋਈ ਕਰਪਸ਼ਨ ਨਹੀਂ ਹੋ ਰਹੀ, ਕੁਝ ਨਹੀਂ ਹੋ ਰਿਹਾ,
ਪਰ ਉੱਥੇ ਰਾਮ ਰਹੀਮ ਨੂੰ ਜਿਹੜੀ ਆ ਪੈਰੋਲ ਜਿਹੜੀ ਮਿਲ ਜਾਂਦੀ ਆ, ਮੁੱਖ ਮੰਤਰੀ ਕਹਿ ਦਿੰਦਾ ਕਿ ਨਹੀਂ ਜੀ ਉਹ ਤਾਂ ਕਾਨੂੰਨ ਦੇ ਅਨੁਸਾਰ ਮਿਲੀ ਆ। ਉੱਥੇ ਗਵਰਨਰ ਵੀ ਇਸ ਮੁੱਦੇ ਤੇ ਚੁੱਪ ਆ। ਹੁਣ ਇਸ ਤੋਂ ਵੀ ਅੱਗੇ ਗੱਲ ਕਰ ਦਈਏ ਕਿ ਮਣੀਪੁਰ ਦੇ ਵਿੱਚ ਇੰਨਾ ਕੁਝ ਹੋਇਆ, ਮਣੀਪੁਰ ਦੇ ਵਿੱਚ ਜੋ ਕੁਝ ਹੋਇਆ ਅੱਜ ਤੋਂ ਮਈ ਮਹੀਨੇ ਦੇ ਵਿੱਚ ਹੋਇਆ, ਉੱਥੋਂ ਦੀ ਗਵਰਨਰ ਜਿਹੜੀ ਹੈ ਉਹ ਬਿਲਕੁਲ ਚੁੱਪ ਆ। ਉਹਨੇ ਕਦੇ ਵੀ ਇਸ ਗੱਲ ਦੇ ਉੱਤੇ ਰਿਪੋਰਟ ਨਹੀਂ ਕੀਤੀ ਜਾਂ ਕੇਂਦਰ ਨੂੰ ਨਹੀਂ ਕਿਹਾ ਕਿ ਇੱਥੇ ਇੰਨਾ ਕੁਝ ਹੋ ਗਿਆ। ਕਿ ਮਣੀਪੁਰ 'ਚ ਬੀਜੇਪੀ ਦੀ ਸਰਕਾਰ ਆ, ਪਰ ਉੱਥੇ ਗਵਰਨਰ ਬਿਲਕੁਲ ਚੁੱਪ ਆ, ਕਿਸੇ ਕਿਸਮ ਦੀ ਉੱਥੇ ਕੋਈ ਗੱਲ ਨਹੀਂ। ਇੰਨਾ ਕੁਝ ਹੋ ਗਿਆ ਕਿ ਇੰਟਰਨੈਸ਼ਨਲ ਪੱਧਰ ਤੇ ਇਸ ਵੇਲੇ ਭਾਰਤ ਦਾ ਜਲੂਸ ਨਿਕਲ ਗਿਆ ਉਸ ਘਟਨਾ ਨੂੰ ਲੈ ਕੇ, ਜਿਸ ਘਟਨਾ ਦਾ ਜ਼ਿਕਰ ਅਸੀਂ ਕਰਨਾ ਚਾਹੁੰਦੇ ਹਾਂ। ਪਰ ਉੱਥੇ ਰਾਜਪਾਲ ਨੇ 2 ਮਹੀਨੇ ਤੱਕ ਕੋਈ ਰਿਪੋਰਟ ਹੀ ਜਿਹੜੀ ਆ ਕੇਂਦਰ ਸਰਕਾਰ ਨੂੰ ਜਾਂ ਰਾਸ਼ਟਰਪਤੀ ਨੂੰ ਨਹੀਂ ਭੇਜੀ, ਜਾਂ ਉਹਨੇ ਮੁੱਖ ਮੰਤਰੀ ਨੂੰ ਨਹੀਂ ਪੁੱਛਿਆ ਕਿ ਹਾਂ ਵੀ ਤੇਰੇ ਰਾਜ ਦੇ ਵਿੱਚ ਕੀ ਹੋ ਰਿਹਾ। ਸੋ ਅਜਿਹਾ ਜਿਹੜਾ ਵਰਤਾਰਾ ਹੈ, ਅਜਿਹਾ ਵਿਤਕਰਾ ਜਿਹੜਾ ਹੋ ਰਿਹਾ, ਇਹ ਜ਼ਰੂਰ ਦੂਜੇ ਪਾਸੇ ਗਵਰਨਰਾਂ ਦੇ, ਖਾਸ ਤੌਰ ਤੇ ਗੈਰ ਭਾਜਪਾਈ ਸਰਕਾਰਾਂ ਵਾਲੇ ਰਾਜਾਂ ਦੇ ਉੱਤੇ ਜਿੱਥੇ ਗਵਰਨਰ ਨੇ ਉੱਥੇ ਉਹਨਾਂ ਦੀ ਭੂਮਿਕਾ ਦੇ ਉੱਤੇ ਫਿਰ ਪ੍ਰਸ਼ਨ ਚਿੰਨ੍ਹ ਜਿਹੜਾ ਜ਼ਰੂਰ ਲੱਗਦਾ। ਇਹਨਾਂ ਦੇ ਜੋ ਜਿਸ ਤਰੀਕੇ ਨਾਲ ਭਗਵੰਤ ਮਾਨ ਜਾਂ ਹੋਰ ਜਿਹੜੇ ਗੈਰ ਭਾਜਪਾਈ ਮੁੱਖ ਮੰਤਰੀ ਕਹਿੰਦੇ ਆ, ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਵੀ ਮਮਤਾ ਬੈਨਰਜੀ ਦਾ ਪੰਗਾ ਜਿਹੜਾ ਰਿਹਾ ਗਵਰਨਰ ਦਾ, ਤਾਂ ਫਿਰ ਉਹ ਇਲਜ਼ਾਮ ਜਿਹੜੇ ਮੁੱਖ ਮੰਤਰੀਆਂ ਵੱਲੋਂ ਲਾਏ ਜਾਂਦੇ ਉਹ ਵੀ ਕਈ ਵਾਰੀ ਸਹੀ ਸਿੱਧ ਹੁੰਦੇ ਆ ਕਿ ਇਹ ਜਿਹੜੇ ਗਵਰਨਰ ਦੇ ਜਾਣ-ਬੁੱਝ ਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ, ਜਿੱਥੇ ਭਾਜਪਾ ਦੀਆਂ ਸਰਕਾਰਾਂ ਉੱਥੇ ਇਹ ਕੰਮ ਨਹੀਂ ਕਰਨ ਦਿੰਦੇ ਤੇ ਕੇਂਦਰ ਦੀ ਦਖਲ ਅੰਦਾਜ਼ੀ ਜਿਹੜੀ ਹੈ, ਕੇਂਦਰ ਦੀ ਮਰਜ਼ੀ ਦੇ ਨਾਲ ਰਾਜ ਸਰਕਾਰਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ, ਤਾਂ ਇਹ ਵੀ ਸਥਿਤੀ ਜਿਹੜੀ ਪੱਖ ਸਪਸ਼ਟ ਹੋ ਜਾਂਦਾ। ਸੋ ਕਹਿਣ ਦਾ ਅਰਥ ਹੈ ਕਿ ਇਹ ਹਵਾਲੇ ਮੈਂ ਤਾਂ ਦਿੱਤੇ ਆ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਗਵਰਨਰ ਨੂੰ ਜਵਾਬ ਹੁਣ ਇਸ ਵੇਲੇ ਨਹੀਂ ਦੇ ਰਹੀ, ਤਾਂ ਕਿਸੇ ਹੱਦ ਤੱਕ ਫਿਰ ਇਹ ਗੱਲ ਸਹੀ ਸਿੱਧ ਹੁੰਦੀ ਕਿ ਗਵਰਨਰ ਜਾਣ-ਬੁੱਝ ਕੇ ਰਾਜ ਸਰਕਾਰ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਆ। ਇਹ ਪ੍ਰਸੰਗ ਮੈਂ ਤਾਂ ਕੀਤਾ ਕਿਉਂਕਿ ਜਿੱਥੇ ਭਾਜਪਾਈ ਸਰਕਾਰਾਂ ਨੂੰ ਉੱਥੇ ਕਦੇ ਵੀ ਕੋਈ ਗੱਲ ਨਹੀਂ ਹੁੰਦੀ। ਮਣੀਪੁਰ ਦੀ ਘਟਨਾ ਦਾ ਜ਼ਿਕਰ ਮੈਂ ਤਾਂ ਕੀਤਾ ਕਿ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਅਜੇ ਤੱਕ ਉੱਥੇ ਗਵਰਨਰ ਨੇ 2 ਲਾਈਨਾਂ ਨਹੀਂ ਲਿਖੀਆਂ ਕਿ ਇੱਥੇ ਅਸ਼ਾਂਤੀ ਕੀ ਬਿਲਕੁਲ ਠੀਕ ਆ। ਸੋ ਇਹ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੇ ਵਿੱਚ ਗਵਰਨਰ ਦੀਆਂ ਔਰ ਰਾਜਪਾਲ ਦੀਆਂ, ਇਹ ਟੱਸਲ ਜਿਹੜੀ ਆ ਇਹ ਨਾ ਤਾਂ ਮੁੱਖ ਮੰਤਰੀ ਨੂੰ ਸੌਂਪਦੀ ਹੈ ਤੇ ਨਾ ਗਵਰਨਰ ਸਾਹਿਬ ਨੂੰ ਸੌਂਪਦੀ ਹੈ। ਹੁਣ ਤੇ ਚਾਹੀਦਾ ਇਹ ਆ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਰੀ ਸਥਿਤੀ ਸਪਸ਼ਟ ਕਰਨ ਕਿ ਇਹ ਚਿੱਠੀਆਂ ਆਈਆਂ, ਇਹ ਜਾਣਕਾਰੀ ਸਾਡੇ ਕੋਲ ਮੰਗੀ ਤੇ ਆਪਾਂ ਦੇ ਦਿੱਤੀ। ਜੇਕਰ ਇਸ ਮੁੱਦੇ ਨੂੰ ਵੀ ਉਹ ਇਸ ਤਰੀਕੇ ਨਾਲ ਈਗੋ ਦਾ ਮੁੱਦਾ ਬਣਾਉਣਗੇ ਤਾਂ ਮਾਨ ਸਾਹਿਬ ਇਸ ਦਾ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਆ, ਪੰਜਾਬ ਨਾਲ ਸੰਬੰਧਿਤ ਉਹਨਾਂ ਚੀਜ਼ਾਂ ਦਾ ਨੁਕਸਾਨ ਆ ਕਿ ਜਿਹੜੀਆਂ ਕੇਂਦਰ ਰਾਹੀਂ ਪੰਜਾਬ ਦੇ ਵਿੱਚ ਪਹੁੰਚਦੀਆਂ ਨੇ, ਉਹ ਸਹਾਇਤਾ ਚਾਹੇ ਉਹ ਮਾਲੀ ਹੋਵੇ ਚਾਹੇ ਕਿਸੇ ਕਿਸਮ ਦੀ ਹੋਵੇ। ਤਾਂ ਜੇਕਰ ਗਵਰਨਰ ਨਾਲ ਇਟ ਖੜਕਾ ਇਸੇ ਤਰੀਕੇ ਨਾਲ ਲੱਗਾ ਰਹਿੰਦਾ ਤਾਂ ਸਰਕਾਰ ਵੱਲੋਂ ਜਿਹੜੇ ਬਿੱਲ ਪਾਸ ਕਰਵਾਏ ਜਾਣੇ ਨੇ ਉਹਨਾਂ ਤੇ ਵੀ ਹਮੇਸ਼ਾ ਜਿਹੜਾ ਪ੍ਰਸ਼ਨ ਚਿੰਨ੍ਹ ਲੱਗਦੇ ਰਹਿਣਗੇ ਕਿ ਗਵਰਨਰ ਸਾਹਿਬ ਪਾਸ ਕਰਦੇ ਆ ਕਿ ਨਹੀਂ ਕਰਦੇ। ਸੋ ਅਜਿਹੀ ਸਥਿਤੀ 'ਚ ਟਕਰਾਓ ਜਿਹੜਾ ਆ ਦੋਵਾਂ ਧਿਰਾਂ ਤੋਂ ਬਚਣਾ ਚਾਹੀਦਾ। ਨਾ ਮੁੱਖ ਮੰਤਰੀ ਸਾਹਿਬ ਨੂੰ ਸੋਭਾ ਦਿੰਦਾ ਤੇ ਨਾ ਹੀ ਰਾਜਪਾਲ ਸਾਹਿਬ ਨੂੰ ਸੋਭਾ ਦਿੰਦਾ। ਰਾਜਪਾਲ ਸਾਹਿਬ ਨੂੰ ਚਾਹੀਦਾ ਕਿ ਰਾਜ ਦੀ ਚੁਣੀ ਹੋਈ ਜਿਹੜੀ ਸਰਕਾਰ ਆ ਬਿਨਾਂ ਕਿਸੇ ਕਾਰਨ ਇਹ 'ਚ ਦਖਲ ਅੰਦਾਜ਼ੀ ਨਾ ਕਰਨ, ਗਵਰਨਰ ਦੇ ਅਹੁਦੇ ਦੀ ਇੱਕ ਮਰਿਆਦਾ ਉਸ ਨੂੰ ਪੂਰਨ ਤੌਰ ਤੇ ਕਾਇਮ ਰੱਖਣ। ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਇਹ ਮਰਿਆਦਾ ਕਿ ਜੋ ਗਵਰਨਰ ਸਾਹਿਬ ਆਪਣੇ ਸੰਵਿਧਾਨ ਜਾਂ ਆਪਣੇ ਅਧਿਕਾਰ ਖੇਤਰ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਮੰਗਦੇ ਆ ਉਹਨਾਂ ਦੀ ਉਹ ਜਾਣਕਾਰੀ ਜ਼ਰੂਰ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ। ਜੀ ਬਿਲਕੁਲ। ਸੋ ਤੁਸੀਂ ਗੱਲ ਸਰ ਆਪਣੇ ਐਨਾਲਿਸਿਸ ਦੇ ਵਿੱਚ ਗੱਲ ਕੀਤੀ ਹੈ ਮਣੀਪੁਰ ਦੀ ਹਿੰਸਾ ਦੀ। ਸੋ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਮਣੀਪੁਰ ਦੇ ਨਾਲ ਸੰਬੰਧਿਤ ਵੀ, ਜਿੱਥੇ ਇੱਕ ਤਾਂ ਭਾਜਪਾ ਹੁਣ ਵਿਰੋਧੀ ਧਿਰਾਂ ਦੇ ਉੱਪਰ ਇੱਕ ਇਲਜ਼ਾਮ ਲਾ ਰਹੀ ਹੈ ਕਿ ਮਣੀਪੁਰ ਦੇ ਹਿੰਸਾ ਨੂੰ ਤੁਸੀਂ ਸਿਆਸੀ ਮੁੱਦਾ ਨਾ ਬਣਾਓ, ਕਿਉਂਕਿ ਜੇ ਆਪਾਂ ਪਹਿਲੇ 4 ਦਿਨ ਦਾ 3 ਦਿਨ ਦਾ ਦੇਖੀਏ ਸਿਨੈਰੀਓ ਲੋਕ ਸਭਾ ਦੇ ਸੈਸ਼ਨ ਦਾ, ਤਾਂ ਮਣੀਪੁਰ ਦੀ ਹਿੰਸਾ ਦੀ ਭੇਟ ਚੜ੍ਹ ਗਿਆ। ਅਜੇ ਤੱਕ ਕਿਸੇ ਵੀ ਗੱਲ ਤੇ ਕੋਈ ਬਹਿਸ ਨਹੀਂ ਹੋਈ। ਵਿਰੋਧੀ ਦਲ ਸਿੱਧਾ ਚੈਲੰਜ ਕਰ ਰਹੇ ਨੇ ਵੀ ਬਿਆਨ ਦੇਣ PM ਸਾਹਿਬ, ਲੇਕਿਨ ਭਾਜਪਾ ਉਲਟਾ ਕਹਿ ਰਹੀ ਹੈ ਵੀ ਤੁਸੀਂ ਸਿਆਸੀ ਮੁੱਦਾ ਬਣਾਓ। ਤਾਂ ਦੂਸਰਾ ਉੱਥੇ ਕੇਂਦਰੀ ਮੰਤਰੀ RK ਰੰਜਨ, ਉਹਨਾਂ ਦੇ ਘਰ ਦੇ ਉੱਪਰ ਦੂਸਰੀ ਵਾਰ ਅਟੈਕ ਕਰ ਦਿੱਤਾ ਗਿਆ। ਕਿਵੇਂ ਦੇਖ ਰਹੇ ਹੋ ਉਸ ਪੂਰੇ ਘਟਨਾਕ੍ਰਮ ਨੂੰ, ਕਿਵੇਂ ਦੇਖ ਰਹੇ ਹੋ ਉਹਨਾਂ ਹਾਲਾਤਾਂ ਨੂੰ ਜਿੱਥੇ ਹੁਣ RK ਰੰਜਨ ਜੀ ਕੇਂਦਰੀ ਮੰਤਰੀ ਉਹ ਵੀ ਸੁਰੱਖਿਅਤ ਨਹੀਂ, ਉਹਨਾਂ ਦੇ ਘਰ ਦੇ ਉੱਪਰ ਹਮਲਾ ਹੋ ਰਿਹਾ ਹੈ, ਤੇ ਦੂਸਰੇ ਪਾਸੇ ਭਾਜਪਾ ਲਗਾਤਾਰ ਕਹਿ ਰਹੀ ਹੈ ਉਸ ਮੁੱਦੇ ਨੂੰ, ਜਿਹੜਾ ਮੁੱਦਾ ਹੁਣ ਇੰਟਰਨੈਸ਼ਨਲ ਮੁੱਦਾ ਵੀ, ਉਸ ਦੇ ਉੱਪਰ ਸਿਆਸਤ ਨਾ ਕਰੋ, ਇਹਨੂੰ ਸਿਆਸੀ ਮੁੱਦਾ ਨਾ ਬਣਾਓ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਮਾਨ ਸਾਹਿਬ ਦੇਖੋ, ਜਿਹੜੀ ਮਣੀਪੁਰ ਦੀ ਘਟਨਾ ਹੋਈ ਹੈ ਉਸ ਘਟਨਾ ਨਾਲ ਸਾਰੇ ਦੇਸ਼ ਦਾ ਜਿਹੜਾ ਸਿਰ ਹੈ ਸ਼ਰਮ ਦੇ ਨਾਲ ਨੀਵਾਂ ਹੋਇਆ, ਔਰ ਉਹਦੀ ਜਿਹੜੀ ਜ਼ਿੰਮੇਵਾਰੀ ਸਿੱਧੀ ਜ਼ਿੰਮੇਵਾਰੀ ਮਾਨ ਸਾਹਿਬ ਉਹ ਉੱਥੋਂ ਦੀ ਸਰਕਾਰ ਦੀ ਜਾਂਦੀ ਹੈ। 4 ਮਈ ਦਾ ਇਹ ਘਟਨਾ ਆ ਤੇ ਹੁਣ ਜੁਲਾਈ ਜਿਹੜਾ ਚੱਲਦਾ ਪਿਆ ਤੇ ਉਸ ਤੋਂ ਬਾਅਦ ਇਹ ਵੀਡੀਓ ਜਦੋਂ ਸਾਹਮਣੇ ਆਉਂਦੇ ਨੇ, ਪ੍ਰਧਾਨ ਮੰਤਰੀ ਸਾਹਿਬ 76 ਦਿਨ ਕਹਿੰਦੇ, ਜਿਸ ਤਰ੍ਹਾਂ ਉਹਨਾਂ ਦਾ ਬਿਆਨ ਆਇਆ, ਕਹਿੰਦਾ ਮੇਰਾ ਸੀਨਾ ਗੁੱਸੇ ਤੇ ਕ੍ਰੋਧ ਨਾਲ ਭਰਿਆ। 76 ਦਿਨਾਂ ਬਾਅਦ ਉਹਨਾਂ ਨੇ ਅਥਰੂ ਜਿਹੜੇ ਵਹਾਏ ਮਗਰਮੱਛ ਦੇ ਤੋਂ, ਤੇ ਇੱਕ ਅਖਬਾਰ ਦੇ ਵਿੱਚ ਬੜਾ ਵੱਡਾ ਫੋਟੋ ਵੀ ਜਿਹੜੀ ਆ ਲੱਗੀ, ਫਰੰਟ ਪੇਜ ਦੇ ਇੱਕ ਅਖਬਾਰ ਦੀ ਮੁੱਖ ਮੰਤਰੀ ਸਾਹਿਬ ਦੀ ਉਸ ਬਿਆਨ ਨੂੰ ਲਾਇਆ। ਹੁਣ ਉਸ ਘਟਨਾ ਦੀ ਜ਼ਿੰਮੇਵਾਰੀ ਸਿੱਧੀ ਇਹਦੇ 'ਚ ਤਾਂ ਕੋਈ ਦੋਰਾਵਾ ਨਹੀਂ ਕਿ ਉਸ ਸਮੇਂ ਦੀ ਉੱਥੋਂ ਦੀ ਰਾਜ ਸਰਕਾਰ ਦੀ ਬਣਦੀ ਹੈ।
ਰਾਜ ਸਰਕਾਰ ਉੱਥੇ ਪਾਰਟੀ ਕਿਹੜੀ ਭਾਜਪਾ ਦੀ ਸਰਕਾਰ ਉੱਥੇ ਹੈਗੀ, ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਹੈ। ਤਾਂ ਕੁਦਰਤੀ ਤੌਰ ਤੇ ਵਿਰੋਧੀ ਧਿਰਾਂ ਨੇ ਇਸ ਮੁੱਦੇ ਤੱਕ ਸਰਕਾਰ ਨੂੰ ਘੇਰਨਾ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਮਣੀਪੁਰ ਦੀ ਸਰਕਾਰ ਹੋਵੇ। ਹੁਣ ਮਾਨਸੂਨ ਸੈਸ਼ਨ ਦੇ ਦੌਰਾਨ ਜੇਕਰ ਮੁੱਖ ਪ੍ਰਧਾਨ ਮੰਤਰੀ ਸਾਹਿਬ ਬਾਹਰ ਤਾਂ ਬਿਆਨ ਦੇ ਦਿੰਦੇ, ਜੇ ਉਹ ਕਹਿੰਦੇ ਕਿ ਵਿਰੋਧੀ ਧਿਰ ਇਹ ਗੱਲ ਕਹਿ ਰਹੀ ਕਿ ਆ ਕੇ ਉਹ ਸਦਨ ਦੇ ਵਿੱਚ ਇਸ ਮੁੱਦੇ ਤੇ ਬਿਆਨ ਦੇਣ, ਤਾਂ ਮੁੱਖ ਮੰਤਰੀ ਸਾਹਿਬ ਭੱਜ ਕਿਉਂ ਮਾਫ ਕਰਦਾ ਪ੍ਰਧਾਨ ਮੰਤਰੀ ਇਸ ਮੁੱਦੇ ਤੋਂ ਭੱਜ ਕਿਉਂ ਰਹੇ ਹੈ। ਹੁਣ ਕੱਲ ਵੀ ਪਰਸੋਂ ਵੀ ਇਹਦੇ ਲੈ ਕੇ ਹੰਗਾਮਾ ਜਿਹੜਾ ਹੋਇਆ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਪੂਰੇ ਸੈਸ਼ਨ ਵਾਸਤੇ। ਦੂਜੇ ਪਾਸੇ ਅਮਿਤ ਸ਼ਾਹ ਹੁਣੀ ਸਾਹਮਣੇ ਆਉਂਦੇ, ਅਮਿਤ ਸ਼ਾਹ ਹੁਣੀ ਕਹਿੰਦੇ ਕਿ ਆਓ ਅਸੀਂ ਗੱਲਬਾਤ ਕਰਨ ਦਾ ਬਹਿਸ ਨੂੰ ਤਿਆਰ ਆ, ਪਰ ਵਿਰੋਧੀ ਧਿਰ ਕਹਿੰਦੀ ਕਿ ਨਹੀਂ, ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਜਿਹੜਾ ਉਹ ਬਿਆਨ ਦੇਵੇ। ਹੁਣ ਅਜਿਹੀ ਸਥਿਤੀ ਦੇ ਵਿੱਚ ਕਿਸੇ ਨਾ ਕਿਸੇ ਧਿਰ ਨੂੰ ਤਾਂ ਸਮਝੌਤਾ ਜਿਹੜਾ ਉਹ ਕਰਨਾ ਪਏਗਾ ਕਿ ਹਾਂ ਵੀ ਜੇ ਵਾਕਿਆ ਹੀ ਵਿਰੋਧੀ ਧਿਰ ਇਸ ਮੁੱਦੇ ਤੇ ਬਹਿਸ ਚਾਹੁੰਦੀ ਤਾਂ ਫਿਰ ਬਹਿਸ ਹੋ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਾ ਬਿਆਨ ਬਾਅਦ ਚ ਵੀ ਹੋ ਸਕਦਾ, ਪਰ ਇਸ ਗੱਲ ਤੇ ਜਿਸ ਤਰੀਕੇ ਨਾਲ ਹੁਣ ਇਸ ਗੱਲ ਨੂੰ ਲੈ ਕੇ ਭਾਜਪਾ ਜਿਹੜੀ ਵਿਰੋਧੀ ਧਿਰ ਨੂੰ ਘੇਰਦੀ ਕਿ ਇਹ ਸਿਰਫ ਮੁੱਦੇ ਨੂੰ ਉਛਾਲਦੀ ਆ, ਜਦੋਂ ਬਹਿਸ ਦਾ ਮੁੱਦਾ ਹੁੰਦਾ ਤਾਂ ਉਦੋਂ ਵਿਰੋਧੀ ਧਿਰ ਭੱਜ ਜਾਂਦੀ ਹੈ। ਇਹ ਉਹਨਾਂ ਨੇ ਉਹਦੇ ਤੇ ਇਲਜ਼ਾਮ ਲਾਤਾ। ਪਰ ਸਭ ਤੋਂ ਵੱਡੀ ਸ਼ਰਮਨਾਕ ਜਿਹੜਾ ਬਿਆਨ ਮਾਨ ਸਾਹਿਬ ਜਿਹੜਾ ਸਾਹਮਣੇ ਆਇਆ ਉਹ ਇਹ ਹੈ ਕਿ ਭਾਜਪਾ ਜਿਹੜੀ ਆ ਹੁਣ ਇਸ ਮਣੀਪੁਰ ਦੀ ਘਟਨਾ ਨੂੰ ਰਾਜਸਥਾਨ ਜਾਂ ਛੱਤੀਸਗੜ੍ਹ ਨਾਲ ਜੋੜ ਕੇ ਵੇਖ ਰਹੀ ਆ। ਕਹਿੰਦੀ ਸਮ੍ਰਿਤੀ ਇਰਾਨੀ ਦੀ ਸਟੇਟਮੈਂਟ ਆ, ਕਹਿੰਦੀ ਜੀ ਠੀਕ ਆ ਮਣੀਪੁਰ ਦੀ ਘਟਨਾ ਦੀ ਗੱਲ ਠੀਕ ਆ, ਪਰ ਇਹਦੇ ਨਾਲ ਰਾਜਸਥਾਨ ਜਾਂ ਛੱਤੀਸਗੜ੍ਹ ਦੇ ਵਿੱਚ ਜਿਹੜੀਆਂ ਘਟਨਾਵਾਂ ਔਰਤਾਂ ਹੁੰਦੀਆਂ ਉਹਦੀ ਗੱਲ ਵੀ ਹੋਣੀ ਚਾਹੀਦੀ ਹੈ। ਇਹ ਕੋਈ ਗੱਲ ਜਵਾਬ ਥੋੜਾ ਆ ਮਾਨ ਸਾਹਿਬ ਕਿ ਜਿਹੜੀ ਸਥਿਤੀ ਸਾਹਮਣੇ ਆ ਤੁਸੀਂ ਉਸ ਸਥਿਤੀ ਦੀ ਤੁਲਨਾ ਤੁਸੀਂ ਦੂਜੇ ਰਾਜਾਂ ਨਾਲ ਕਰਕੇ ਆਪਣੀ ਸਥਿਤੀ ਨੂੰ ਸਾਫ਼ ਕਰਨਾ ਚਾਹੁੰਦੇ ਜੇ। ਇਹ ਭਾਜਪਾ ਦੀ ਜਿਹੜੀ ਰਣਨੀਤੀ ਇਹ ਗੱਲ ਦੀ ਸਮਝ ਨਹੀਂ ਆ ਰਹੀ। ਤਾਂ ਫਿਰ ਇਸ ਮੁੱਦੇ ਤੇ ਕੁਦਰਤੀ ਤੌਰ ਤੇ ਭਾਜਪਾ ਦੇ ਖਿਲਾਫ ਆਕਰੋਸ਼ ਜਿਹੜਾ ਲੋਕਾਂ 'ਚ ਵੱਧ ਰਿਹਾ। ਹੁਣ ਆਰ ਕੇ ਰੰਜਨ ਜਿਹੜੇ ਵਿਦੇਸ਼ ਰਾਜ ਮੰਤਰੀ ਆ, ਉਹਨਾਂ ਦੇ ਇੰਫਾਲ 'ਚ ਉਹਨਾਂ ਦੇ ਘਰ ਤੇ ਦੂਜੀ ਵਾਰੀ ਹਮਲਾ ਹੋਇਆ, ਪਹਿਲਾਂ ਵੀ ਹਮਲਾ ਹੋਇਆ ਸੀ, ਉਹਨਾਂ ਦੇ ਘਰ ਨੂੰ ਜਿਹੜੀ ਅੱਗ ਲਗਾ ਦਿੱਤੀ ਗਈ। ਹੁਣ ਉਹਨਾਂ ਦੇ ਘਰ ਦੇ ਉੱਤੇ ਫਿਰ ਹਮਲਾ ਹੋਇਆ। ਗੱਲ ਵੱਖਰੀ ਗੱਲ ਹੈ ਕਿ ਉੱਥੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਂ ਘਰ 'ਚ ਕੋਈ ਮੌਜੂਦ ਨਹੀਂ ਸੀ, ਪਰ ਹਮਲਾ ਤਾਂ ਹੋਇਆ। ਹੁਣ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਅਜੇ ਤੱਕ ਕੇਂਦਰ ਜਿਹੜਾ ਉੱਥੋਂ ਦੇ ਰਾਜਪਾਲ ਨੇ ਉਹਨੇ ਕਦੇ ਵੀ ਇਹ ਰਿਪੋਰਟ ਨਹੀਂ ਭੇਜੀ ਕਿ ਹਾਂ ਵੀ ਇੱਥੋਂ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਬਾਹਰ ਦੇ ਉੱਥੇ ਗੁਰਦੁਆਰਾ ਰਾਜਾ ਕੇਂਦਰ ਨੂੰ ਸਿੱਧੀ ਨਿਗਰਾਨੀ ਜਿਹੜੀ ਕਰ ਲੈਣੀ ਚਾਹੀਦੀ ਹੈ। ਕੋਈ ਗੱਲ ਇਦਾਂ ਦੀ ਨਹੀਂ ਹੋਈ। ਸਰਕਾਰ ਕਿਸੇ ਵੀ ਸੂਰਤ ਵਿੱਚ ਭਾਜਪਾ ਦੀ ਜਿਹੜੀ ਕੇਂਦਰੀ ਸਰਕਾਰ ਉਹ ਕਿਸੇ ਸੂਰਤ ਵਿੱਚ ਉੱਥੇ ਇਸ ਸੰਬੰਧੀ ਐਕਸ਼ਨ ਹੀ ਨਹੀਂ ਲੈਣਾ ਚਾਹੁੰਦੀ। ਤੇ ਜਦੋਂ ਕਿ ਵਿਰੋਧੀ ਧਿਰ ਹੁਣ ਇਸ ਮੁੱਦੇ ਤੇ ਅੜ ਗਈ ਹੈ ਕਿ ਸੰਸਦ ਦੇ ਵਿੱਚ ਆਣ ਕੇ ਪ੍ਰਧਾਨ ਮੰਤਰੀ ਬਿਆਨ ਦੇਣ ਕਿ ਹਾਂ ਭਈ ਉਹ ਕੀ ਚਾਹੁੰਦੇ। ਬਾਹਰ ਤਾਂ ਕਹਿੰਦੇ ਆ ਕਿ ਹਾਂ ਭਈ ਮੈਂ ਰੋਏ ਵੀ ਅਥਰੂ ਵੀ ਉਹਨਾਂ ਨੇ ਜਿਹੜੇ ਸੁੱਟੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਪਰ ਜਦੋਂ ਜਿੱਥੇ ਬਿਆਨ ਦੇਣਾ ਉਥੋਂ ਭੱਜ ਕਿਉਂ ਰਹੇ ਆ। ਤਾਂ ਅਜਿਹੀਆਂ ਸਥਿਤੀਆਂ ਭਾਜਪਾ ਦੇ ਦੋਹਰੇ ਰੂਪ ਨੂੰ ਜਿਹੜੀਆਂ ਨੇ ਉਹ ਪੇਸ਼ ਕਰਦੀਆਂ, ਦੋਹਰੇ ਮਾਪਦੰਡ ਨੇ ਕਿ ਜਿੱਥੇ ਉੱਥੇ ਜਿਨ੍ਹਾਂ ਰਾਜਾਂ 'ਚ ਉਹਨਾਂ ਦੀ ਆਪਣੀ ਸਰਕਾਰ ਹੈ ਉੱਥੇ ਬੇਸ਼ੱਕ ਹਰ ਚੀਜ਼ ਭਾਈ ਐਕਸਟ੍ਰੀਮ ਤੱਕ ਪਹੁੰਚੇ, ਪਰ ਉਹਨਾਂ ਦੀ ਨਜ਼ਰ 'ਚ ਉੱਥੇ ਬਿਲਕੁਲ ਸੁੱਖ ਸ਼ਾਂਤੀ ਆ। ਤੇ ਜਿੱਥੇ ਉਹ ਰਾਜ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਜੇਕਰ ਇੱਕ ਬਦਲੇ ਵੀ ਪੰਜਾਬ ਉੱਥੋਂ ਦਾ ਮੁੱਖ ਮੰਤਰੀ ਗਵਰਨਰ ਦੀ ਮਰਜ਼ੀ ਤੋਂ ਬਿਨਾਂ ਕਰ ਦਿੰਦਾ ਤਾਂ ਗਵਰਨਰ ਉਸ ਨੂੰ ਸੰਵਿਧਾਨਕ ਦਾਇਰਿਆਂ ਦੇ ਵਿੱਚ ਰੱਖ ਕੇ ਆਪਣੇ ਅਧਿਕਾਰ ਸ਼ਕਤੀ ਨੂੰ ਚੈਲੰਜ ਮੰਨਦਾ। ਸੋ ਅਜਿਹੀਆਂ ਜਿਹੜੀਆਂ ਸਥਿਤੀਆਂ ਨੇ ਇਹ ਭਾਜਪਾ ਵਾਸਤੇ ਠੀਕ ਨਹੀਂ ਹੈਗੀਆਂ, ਕੇਂਦਰ ਸਰਕਾਰ ਵਾਸਤੇ ਠੀਕ ਨਹੀਂ ਆ। ਮਣੀਪੁਰ ਦੀ ਘਟਨਾ ਨੇ ਜਿਸ ਤਰੀਕੇ ਨਾਲ ਸਮੁੱਚੀ ਇਨਸਾਨੀਅਤ ਦਾ ਜਿਹੜਾ ਸਿਰ ਆ ਸ਼ਰਮ ਨਾਲ ਨੀਵਾਂ ਕੀਤਾ, ਤੇ ਉੱਥੇ ਦੂਜੇ ਪਾਸੇ ਜਿਹੜੇ ਭਾਜਪਾ ਦੇ ਨੇਤਾ ਨੇ ਇਸ ਮੁੱਦੇ ਨੂੰ ਹੋਰ ਰਾਜਾਂ ਦੀਆਂ ਘਟਨਾਵਾਂ ਨਾਲ ਜੋੜ ਕੇ ਜੇਕਰ ਵੇਖਦੇ ਆ ਤੇ ਇਸ ਤੋਂ ਵੱਡੀ ਹੋਰ ਸ਼ਰਮਨਾਕ ਗੱਲ ਕਿਹੜੀ ਹੋ ਸਕਦੀ ਹੈ ਕੇਂਦਰ ਦੀ ਭਾਜਪਾ ਸਰਕਾਰ ਵਾਸਤੇ। ਕਿਉਂਕਿ ਜਿਹੜਾ ਇਸ ਵੇਲੇ ਬਰਨਿੰਗ ਇਸ਼ੂ ਆ ਤੁਸੀਂ ਉਸ ਚੀਜ਼ ਨੂੰ ਭਟਕਾਉਣ ਵਾਸਤੇ ਹੋਰ ਗੱਲਾਂ ਕਰੋ ਤੇ ਇਹ ਗੱਲ ਬਣਦੀ ਨਹੀਂ। ਤਾਂ ਕੁਦਰਤੀ ਤੌਰ ਤੇ ਵਿਰੋਧੀ ਧਿਰ ਹੁਣ ਵੇਖਣਾ ਕਿ ਇਸ ਮੁੱਦੇ ਨੂੰ ਕਿਵੇਂ ਕਰਦੀ। ਹੁਣ ਭਾਜਪਾ ਕਿ ਇਸ ਮੁੱਦੇ ਨੂੰ ਸਿਆਸਤ ਨਾ ਬਣਾਓ। ਹੁਣ ਭਾਜਪਾ ਇਹ ਗੱਲ ਕਹਿ ਰਹੀ ਹੈ ਤੇ ਜਦੋਂ ਭਾਜਪਾ ਦਾ ਆਪਣੇ ਦੌਰ ਦੇ ਵਿੱਚ ਅਜਿਹੇ ਮੁੱਦਿਆਂ ਨੂੰ ਉਛਾਲ ਕੇ ਸਿਆਸਤ ਕਰਦੀ ਰਹੀ ਆ, ਫਿਰ ਉਸ ਦਾ ਉਹਦੇ ਕੋਲ ਜਵਾਬ ਕੀ ਹੈ। ਇਹਦੇ ਸੰਬੰਧੀ ਵੀ ਜਿਹੜੀ ਸਥਿਤੀ ਹੈ ਸਾਫ਼ ਹੋ ਜਾਣੀ। ਵੇਖੋ ਵਿਰੋਧੀ ਧਿਰਾਂ ਨੇ ਤਾਂ ਹਰ ਮੁੱਦੇ ਤੇ ਉੱਤੇ ਸਿਆਸਤ ਕਰਨੀ ਹੀ ਕਰਨੀ ਹੈ। ਇਸ ਦਾ ਭਾਈ ਉਹ ਭਾਜਪਾ ਆ, ਭਾਈ ਅਕਾਲੀ ਦਲ ਆ, ਭਾਈ ਆਮ ਆਦਮੀ ਪਾਰਟੀ ਆ, ਭਾਈ ਕਾਂਗਰਸ ਆ, ਕੋਈ ਵੀ ਆ, ਮੁੱਦਾ ਇੱਥੇ ਸਿਆਸਤ ਕਰਨ ਦਾ ਜਾਂ ਨਾ ਕਰਨਾ ਨਹੀਂ ਆ। ਮੁੱਦਾ ਹੈ ਉਸ ਮਸਲੇ ਦੇ ਹੱਲ ਦਾ ਕਿ ਉਹਨਾਂ ਪੀੜਤਾਂ ਨੂੰ ਇਨਸਾਫ ਮਿਲੇਗਾ। ਜੇਕਰ ਹੁਣ ਇਸ ਮੁੱਦੇ ਤੇ ਆਵਾਜ਼ ਸੰਸਦ 'ਚ ਉਠਾਈ ਜਾ ਰਹੀ ਹੈ ਤਾਂ ਫਿਰ ਇਸ ਦਾ ਅਗਲਾ ਰੁਖ ਕੀ ਹੋਵੇਗਾ। ਭਾਜਪਾ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਦੇ ਬਿਆਨ ਦੇਣ ਤੋਂ ਮੁੱਦੇ ਤੋਂ ਕਿਉਂ ਭੱਜ ਰਹੀ ਹੈ, ਸਥਿਤੀ ਇਹ ਆ। ਸੋ ਇਹ ਸਥਿਤੀ ਜਿਹੜੀ ਸਾਫ਼ ਹੋਣੀ ਚਾਹੀਦੀ ਆ। ਗੱਲ ਬਿਆਨ ਦੇਣ ਵਿਰੋਧੀ ਧਿਰ ਦੇ ਵਿੱਚ ਕੀ ਹੋਣਾ ਜਾਂ ਕੀ ਨਹੀਂ ਹੋਣਾ, ਪ੍ਰਸ਼ਨ ਇਹ ਆ ਕਿ ਇਨਸਾਫ ਮਿਲੇਗਾ ਜਿਹੜਾ ਲੱਗਦਾ ਨਹੀਂ। ਜੀ ਬਿਲਕੁਲ ਬਿਲਕੁਲ ਸਰ, ਪਰ ਲਗਾਤਾਰ ਆਪਾਂ ਕਹੀਏ ਵੀ ਇਹਦੀ ਭੇਟ ਸੈਸ਼ਨ ਵੀ ਚੜ ਰਿਹਾ, ਲੋਕ ਸਭਾ ਸੈਸ਼ਨ ਵੀ ਮਨੀਪੁਰ ਦੀ ਹਿੰਸਾ ਦੀ ਭੇਟ ਚੜਦਾ ਹੋਇਆ ਨਜ਼ਰ ਆ ਰਿਹਾ। ਦੂਜੇ ਪਾਸੇ ਗੱਲ ਹੁਣ ਆਪਾਂ ਕਰ ਲਈਏ ਸੁਖਬੀਰ ਸਿੰਘ ਬਾਦਲ ਦੀ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਲਈ ਹਰ ਰੋਜ਼ ਨਵੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਉਹਨਾਂ ਤੋਂ ਹੱਥ ਛੁਡਾ ਕੇ ਦੂਰ ਜਾ ਰਹੀ ਹੈ, ਲਗਾਤਾਰ ਦੂਰੀਆਂ ਵੱਧ ਰਹੀਆਂ ਨੇ, ਤੇ ਦੂਸਰੇ ਪਾਸੇ ਹੁਣ ਅੰਦਰੂਨੀ ਕਲੇਸ਼ ਨੇ
ਗੱਲ ਕਰੀਏ ਬਗਾਵਤ ਦੀ, ਜਿਸ ਤਰੀਕੇ ਨਾਲ ਇਸਤਰੀ ਵਿੰਗ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵੱਲੋਂ ਬਗਾਵਤ ਕੀਤੀ ਗਈ ਹੈ, ਦੋਹਰੀਆਂ ਮੁਸ਼ਕਲਾਂ ਸੁਖਬੀਰ ਬਾਦਲ ਲਈ ਪੈਦਾ ਹੋ ਗਈਆਂ ਨੇ। ਕਿਵੇਂ ਨਜਿੱਠਣਗੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਇਹਨਾਂ ਮੁਸੀਬਤਾਂ ਤੋਂ ਪਾਰ ਕਿਵੇਂ ਪਾਏਗਾ? ਕਿਉਂਕਿ ਚੋਣਾਂ ਬਿਲਕੁਲ ਸਿਰ ਤੇ ਨਹੀਂ ਤੇ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਤੇ ਜਿੱਥੇ ਬਾਹਰੋਂ ਸਮਰਥਨ ਨਹੀਂ ਮਿਲ ਰਿਹਾ, ਭਾਜਪਾ ਵੱਲੋਂ ਕੋਈ ਸਮਰਥਨ ਮਿਲਦਾ ਦਿਖਾਈ ਨਹੀਂ ਦੇ ਰਿਹਾ, ਉੱਥੇ ਹੀ ਅੰਦਰੂਨੀ ਬਗਾਵਤ ਕਿਸ ਕਦਰ ਹੁਣ ਪਾਰਟੀ ਦਾ ਨੁਕਸਾਨ ਕਰੇਗੀ? ਕਿਵੇਂ ਦੇਖ ਰਹੇ ਹੋ ਸੁਖਬੀਰ ਬਾਦਲ ਦੀਆਂ ਇਹਨਾਂ ਮੁਸ਼ਕਲਾਂ ਨੂੰ? ਮਾਨ ਸਾਹਿਬ, ਜਿਹੋ ਜੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਸਥਿਤੀ ਆ, ਜਿਹੜੀ ਅੱਜ ਹੈ, ਉਹ ਕਦੇ ਪਹਿਲਾਂ ਨਹੀਂ ਹੋਈ। ਉਹ ਪਾਰਟੀ ਜਿਸ ਨੇ ਪੰਜਾਬ 'ਚ ਲਗਾਤਾਰ 10 ਸਾਲ ਤੇ ਪਹਿਲਾਂ 5 ਸਾਲ ਰਾਜ ਕੀਤਾ, 15 ਸਾਲ ਹਕੂਮਤ ਜਿਹੜੀ ਪੰਜਾਬ ਤੇ ਕੀਤੀ ਹੋਵੇ 1997 ਤੋਂ ਲੈ ਕੇ 1917 ਤੱਕ, ਤੇ ਇਸ ਵੇਲੇ ਪਾਰਟੀ ਦੀ ਸਥਿਤੀ ਇਹ ਹੋਵੇ ਕਿ ਉਸਦੇ ਆਪਣੇ ਹੀ ਭਾਈਵਾਲ ਉਸ ਦਾ ਸਾਥ ਛੱਡ ਗਏ ਹੋਣ ਤੇ ਉਸ ਨਾਲ ਹੱਥ ਹੀ ਨਾ ਮਿਲਾਉਣ ਨੂੰ ਰਾਜੀ ਹੋਣ, ਤੇ ਦੂਜੇ ਪਾਸੇ ਪਾਰਟੀ ਦੇ ਵਿੱਚ ਸਮੇਂ-ਸਮੇਂ ਤੇ ਬਗਾਵਤਾਂ ਉੱਠਣ, ਔਰ ਚਾਹੇ ਉਹ ਇਸਤਰੀ ਵਿੰਗ ਦੀਆਂ ਹੋਣ ਤੇ ਚਾਹੇ ਦੂਜੇ ਹੋਣ, ਬੰਦੇ ਜਿਹੜੇ ਪਾਰਟੀ ਦੇ ਸੀਨੀਅਰ ਨੇਤਾ ਪਾਰਟੀ ਨੂੰ ਛੱਡ ਗਏ ਹੋਣ, ਪਰ ਇਸ ਸਭ ਦੇ ਬਾਵਜੂਦ ਪ੍ਰਧਾਨ ਜੀ ਫਿਰ ਵੀ ਅਜੇ ਆਪਣੀ ਕੁਰਸੀ ਤੇ ਕਾਇਮ ਹੋਣ, ਇਸ ਤੋਂ ਵੱਡੀ ਤਰਾਸਤਕ ਸਥਿਤੀ ਹੋਰ ਕੀ ਕਹਿ ਸਕਦੇ ਹਾਂ। ਗੱਲ ਅਸੀਂ ਸੁਖਬੀਰ ਸਿੰਘ ਬਾਦਲ ਦੀ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ। ਸਮੇਂ-ਸਮੇਂ ਤੇ ਉਹਨਾਂ ਉੱਤੇ ਦਬਾਅ ਪੈਂਦਾ ਰਿਹਾ ਕਿ ਉਹ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਹੋਣ, ਪ੍ਰਧਾਨਗੀ ਕਿਸੇ ਹੋਰ ਨੂੰ ਦੇਣ, ਕਿਉਂਕਿ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਪਰ ਸ਼ਾਇਦ ਇਸ ਗੱਲ ਨੂੰ ਉਹ ਅੱਜ ਤੱਕ ਦਿਲੋਂ ਹੀ ਸਵੀਕਾਰ ਨਹੀਂ ਕੀਤਾ। ਉਹ ਸਮਝਦੇ ਕਿ ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ। ਸ਼ਾਇਦ ਇਸੇ ਕਾਰਨ ਉਹਨਾਂ ਪਾਰਟੀ ਦਾ ਸੁਧਾਰ ਕਰਨ ਵਾਸਤੇ ਕੱਲ੍ਹ ਹਰ 7ਵੀਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਲਹਿਰ ਜਿਹੜੀ ਉਹ ਸ਼ੁਰੂ ਕੀਤੀ ਹੈ ਕਿ ਅਕਾਲੀ ਵਰਕਰ ਜਿਹੜਾ ਸੱਥਾਂ ਤੱਕ ਜਾਏਗਾ, ਗੱਲਬਾਤ ਕਰੇਗਾ। ਹੁਣ ਪਤਾ ਨਹੀਂ, ਪਰ ਦੂਜੇ ਪਾਸੇ ਇਸ ਲੋਕ ਲਹਿਰ ਦੇ ਵਿੱਚ ਮੁੱਦੇ ਜਿਹੜੇ ਅਕਾਲੀ ਨੇਤਾ ਹੋਣਗੇ, ਉਹ ਕਿਹੜੇ ਮੁੱਦੇ ਲੈ ਕੇ ਜਾਣਗੇ ਲੋਕਾਂ ਦੇ ਵਿੱਚ, ਇਹ ਕੋਈ ਸਪਸ਼ਟ ਨਹੀਂ ਹੈ। ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਨੇ ਲੋਕ ਲਹਿਰ ਨਾਮ ਦੀ ਇਹ ਮੁੱਦਾ ਤਾਂ ਸ਼ੁਰੂ ਕਰਤਾ, ਇਹ ਲਹਿਰ ਤਾਂ ਸ਼ੁਰੂ ਕਰਤੀ ਹਰ 7ਵੀਂ ਸ਼੍ਰੋਮਣੀ ਅਕਾਲੀ ਦਲ, ਪਰ ਉਸਨੇ ਜਾ ਕੇ ਦੱਸਣਾ ਕੀ ਹੈ? ਇਹ ਸਭ ਤੋਂ ਵੱਡਾ ਪ੍ਰਸ਼ਨ ਹੈ ਕਿ ਜਿਹੜੇ ਵਰਕਰ ਨੇ ਜਾਂ ਜਿਹਨਾਂ ਲੋਕਾਂ ਨੇ ਜਾਣਾ, ਉਹ ਵੀ ਬੇਸਮਝਦੇ ਕਿ ਪਤਾ ਨਹੀਂ ਆਪਾਂ ਜਾ ਕੇ ਗੱਲ ਕੀ, ਲੋਕ ਲਹਿਰ ਤਾਂ ਸ਼ੁਰੂ ਕਰ ਦਿੱਤੀ ਗਈ, ਪਰ ਕਿਹੜੇ ਮੁੱਦੇ ਲੋਕਾਂ ਕੋਲ ਲੈ ਕੇ ਜਾਣੇ, ਕਿਸ ਮੁੱਦੇ ਦੇ ਉੱਤੇ ਜਾ ਕੇ ਲੋਕਾਂ ਨੂੰ ਸਫਾਈ ਦੇਣੀ ਹੈ, ਇਹਦੇ ਸੰਬੰਧੀ ਕੋਈ ਵੀ ਖਾਕਾ ਜਿਹੜਾ ਸੁਖਬੀਰ ਸਿੰਘ ਬਾਦਲ ਵੱਲੋਂ ਨਹੀਂ ਦਿੱਤਾ ਗਿਆ। ਉਸ ਤੋਂ ਅਗਲੇ ਹੋਰ ਤੁਸੀਂ ਗੱਲ ਕਰ ਲਓ ਕਿ ਜੇਕਰ ਹੁਣ 18 ਜੁਲਾਈ ਨੂੰ ਐਨਡੀਏ ਦੀ ਮੀਟਿੰਗ ਹੁੰਦੀ ਹੈ, ਐਨਡੀਏ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੱਦਿਆ ਹੀ ਨਹੀਂ ਜਾਂਦਾ, ਹਾਲਾਂਕਿ ਇਹਨਾਂ ਵੱਲੋਂ ਯਤਨ ਕੀਤਾ ਗਿਆ, ਪਰ ਜਿਸ ਤਰੀਕੇ ਨਾਲ ਅਮਿਤ ਸ਼ਾਹ ਔਰ ਦੂਜੇ ਪਾਸੇ ਨਰਿੰਦਰ ਮੋਦੀ ਹੋਣਾ ਨੇ ਆਪਣੇ ਸੁਖਦੇਵ ਸਿੰਘ ਢੀਂਡਸਾ ਨੂੰ ਸੱਦਾ ਦਿੱਤਾ ਔਰ ਪਿੱਠ ਤੇ ਥਾਪੀ ਦੇ ਕੇ ਉਹਨਾਂ ਨੂੰ ਆਪਣੇ ਨਾਲ ਬੁਲਾ ਲਿਆ, ਤੇ ਇਹ ਕਿਸਮ ਦਾ ਸਾਫ਼ ਸੰਕੇਤ ਦੇਤਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹਨਾਂ ਦੀ ਨਜ਼ਰ ਵਿੱਚ ਕੋਈ ਹੁਣ ਉਸ ਦੀ ਅਹਿਮੀਅਤ ਨਹੀਂ, ਜਿਸ ਦੇ ਨਾਲ ਉਹਨਾਂ ਨੇ ਬੀਤੇ 15 ਸਾਲ ਰਾਜ ਕੀਤਾ ਹੋਵੇ। ਤਾਂ ਇਸ ਤਰੀਕੇ ਨਾਲ ਇਹ ਸਟੈਪ ਲੈਂਦੇ ਆ, ਐਡਾ ਵੱਡਾ ਸਟੈਪ ਲੈਂਦੇ ਆ, ਧੋਬੀ ਪਟਕਾ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿੱਤਾ, ਤਾਂ ਇਸ ਦਾ ਸਾਫ਼ ਸੰਕੇਤ ਇਹ ਆ ਕਿ ਭਾਜਪਾ ਜਿਹੜੀ ਹੈ ਇਸ ਵੇਲੇ ਆਪਣੀ ਸ਼ਕਤੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਪ੍ਰਸਾਰ ਕਰਨਾ ਚਾਹੁੰਦੀ ਹੈ, ਤੇ ਇੱਕ ਤਰੀਕੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸਾਬਤ ਕਰ ਦਿੱਤਾ ਔਰ ਇਹ ਦੱਸਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਉਹ ਸਥਿਤੀ ਨਹੀਂ ਹੈਗੀ ਜਿਹੜੀ ਅੱਜ ਤੋਂ 10 ਸਾਲ ਜਾਂ 15 ਸਾਲ ਪਹਿਲਾਂ ਸੀ। ਤਾਂ ਇਸ ਸਭ ਕਾਸੇ ਦੇ ਵਿੱਚ ਹੁਣ ਅਗਰ ਵੇਖਿਆ ਜਾਵੇ ਕਿ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਗੱਠਜੋੜ ਆ ਬਸਪਾ ਦੇ ਨਾਲ ਜੋ ਗੱਠਜੋੜ ਪਿਛਲੀਆਂ ਸੰਗਰੂਰ ਦੀ ਜਿਮਨੀ ਚੋਣ ਤੇ ਜਲੰਧਰ ਦੀ ਜਿਮਨੀ ਚੋਣ 'ਚ ਜੋ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ, ਉਹ ਸਾਰਿਆਂ ਨੂੰ ਪਤਾ। ਭਾਜਪਾ ਜਿਹੜੀ ਅਕਾਲੀ ਪ੍ਰਦਰਸ਼ਨ ਕਰਦਿਆਂ ਹੋਇਆ ਆਪਣਾ ਵੋਟ ਪ੍ਰਤੀਸ਼ਤ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਲੈ ਗਈ। ਇਸ ਗੱਲ ਬੇਸ਼ੱਕ ਸੀਟਾਂ ਉਹ ਜਿੱਤ ਤੇ ਨਹੀਂ ਸਕੀ, ਪਰ ਆਪਣਾ ਪ੍ਰਦਰਸ਼ਨ ਉਹ ਵਧੀਆ ਮੰਨਦੀ ਹੈ। ਇਸੇ ਤਰੀਕੇ ਨਾਲ ਉਹਨਾਂ ਨੇ ਹੁਣ ਆਪਣੇ ਪੈਰ ਜਿਹੜੇ ਆ ਉਹ ਪਸਾਰਨੇ ਸ਼ੁਰੂ ਕਰਤੇ ਤੇ ਵੱਖ-ਵੱਖ ਪਾਰਟੀ ਦੇ ਸਿੱਖ ਨੇਤਾਵਾਂ ਨੂੰ ਆਪਣੇ ਨਾਲ ਮਿਲਾ ਲਿਆ। ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਜਾਨਸ਼ੀਨ ਸਿੱਧ ਕਰਨ ਦਾ ਯਤਨ ਕੀਤਾ, ਇਹ ਇੱਕ ਬੜੀ ਵੱਡੀ ਜਿਹੜੀ ਚੁਣੌਤੀ ਆ ਇਹ ਸੁਖਬੀਰ ਸਿੰਘ ਬਾਦਲ ਨੂੰ, ਅਕਾਲੀ ਦਲ ਨੂੰ ਹੈਗੀ ਹੈ। ਤੇ ਅਕਾਲੀ ਦਲ ਦਿਨ ਬ ਦਿਨ ਹਾਸ਼ੀਏ ਤੇ ਜਾ ਰਿਹਾ। ਪਹਿਲਾਂ ਤੁਸੀਂ ਦੇਖ ਲਓ ਕਿੰਨੇ ਅਲੱਗ-ਅਲੱਗ ਮੁੱਦੇ ਨੇ ਕਿ ਜਿਨ੍ਹਾਂ ਤੇ ਮੁੱਦਿਆਂ ਦੇ ਅਜੇ ਤੱਕ ਅਕਾਲੀ ਦਲ ਜਵਾਬ ਨਹੀਂ ਦੇ ਸਕਿਆ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਣੀ। ਹੁਣ ਅਜਿਹੀ ਸਥਿਤੀ ਵਿੱਚ ਜਦੋਂ ਭਾਈਵਾਲ ਵੀ ਤੁਹਾਡੀ ਬਾਂਹ ਫੜਨ ਨੂੰ ਤਿਆਰ ਨਾ ਹੋਣ, ਅੰਦਰੋਂ ਇਸਤਰੀ ਵਿੰਗ ਵੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਤੁਹਾਡੇ ਵਿਰੋਧ ਤੇ ਉਤਰ ਆਇਆ ਹੋਵੇ, ਪਾਰਟੀ ਦੇ ਬਾਕੀ ਵਰਕਰਾਂ ਦੇ ਵਿਚਕਾਰ ਜਾਂ ਚੁੱਪ ਚਪੀਤੇ ਜਾਂ ਉਹਨਾਂ ਦੇ ਮਨਾਂ ਵਿੱਚ ਵੀ ਪ੍ਰਧਾਨ ਨੂੰ ਬਦਲਣ ਦੀ ਜਿਹੜੀ ਇੱਕ ਮੰਗ ਆ ਉਹਨਾਂ ਦੇ ਹੋਵੇ, ਤਾਂ ਉਹ ਸਭ ਕਾਸੇ ਦੇ ਬਾਵਜੂਦ ਵੀ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਤੇ ਅੜੇ ਰਹਿੰਦੇ ਆ, ਤਾਂ ਫਿਰ ਉਹਨਾਂ ਵਾਸਤੇ ਇਹ ਗੰਭੀਰ ਚੁਣੌਤੀਆਂ ਜਿਹੜੀਆਂ ਨੇ ਉਹਨਾਂ ਦੇ ਅਕਸ ਨੂੰ ਜ਼ਰੂਰ ਪ੍ਰਭਾਵਿਤ ਕਰਦੀਆਂ ਨੇ, ਤੇ ਆਉਂਦਿਆਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੋਰ ਮੁਸੀਬਤਾਂ ਜਿਹੜੀਆਂ
ਵੱਧ ਸਕਦੀਆਂ ਨੇ ਜੀ। ਜੀ ਬਿਲਕੁਲ ਕਹਿ ਸਕਦੇ ਹਾਂ ਕਿ ਜੋ ਪਹਿਲਾਂ ਹੀ ਹਾਸ਼ੀ ਦੇ ਉੱਪਰ ਧੱਕੀ ਹੋਈ ਸ਼੍ਰੋਮਣੀ ਅਕਾਲੀ ਦਲ ਜੇਕਰ ਹੁਣ ਕੋਈ ਵੱਡੇ ਫੈਸਲੇ ਨਹੀਂ ਲੈਂਦੀ ਤਾਂ ਬਾਦਲ ਦੇ ਲਈ ਜਾਂ ਫਿਰ ਕਹੀਏ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡੀਆਂ ਮੁਸੀਬਤਾਂ ਨੇ। ਸੋ ਅਣਖੀ ਸਾਹਿਬ ਤੁਸੀਂ ਗੱਲਬਾਤ ਕਰ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।